पे आपका स्वागत है। आज हम आपको मिलाने जा रहे हैं डॉक्टर अमरदीप मान, एक ऐसा नाम जिन्होंने क्रिएशंस की हैं और आईवी हॉस्पिटल में आईवीएफ के ये स्पेशलिस्ट हैं। डॉक्टर साहब स्वागत है आपका हमारे स्पेशल शो में। थैंक यू जी। सारे सत श्री अकाल। मेरा पंजाब प्लस चैनल देखने वाले मेरा नाम डॉक्टर अमरदीप मान है। मैं आईवी हॉस्पिटल हुशियारपुर एज अ कंसल्टेंट गायनाकोलॉजिस्ट बतौर काम कर रही हैं। डॉक्टर साहब की कहना चाहोगे कि गायनी ਜਿਹੜੇ ਕਿਸੇ ਸਮੇਂ ਦੇ ਉੱਤੇ ਅੱਜ ਤੋਂ ਕਈ ਸਾਲ ਪਹਿਲਾਂ ਲੋਕ ਕੰਮ ਕਰਦੇ ਕਰਦੇ ਬੱਚਾ ਜਨਮ ਦੇ ਦਿੰਦੇ ਸੀਗੇ ਔਰ ਅੱਜ ਦੀ ਜਿਹੜੀ ਗਾਇਨੀ ਹੈਗੀ ਆ ਇੱਕ ਬਹੁਤ ਵੱਡਾ ਪ੍ਰੈਸ਼ਰ ਸਿਚੁਏਸ਼ਨਸ, ਪਹਿਲਾਂ ਤਾਂ ਫਰਟਾਈਲ ਹੋਣਾ, ਪਹਿਲਾਂ ਤਾਂ ਕਨਸੀਵ ਕਰਨਾ, ਉਸ ਤੋਂ ਬਾਅਦ ਉਹਨੂੰ ਰਿਜ਼ਲਟ ਤੱਕ ਲੈ ਕੇ ਜਾਣਾ। ਕੀ ਕਹਿਣਾ ਚਾਹੋਗੇ ਕਿ ਬਹੁਤ ਵੱਡੇ ਡਿਫਰੈਂਸਿਸ ਆ ਗਏ? हाँ जी, श्योर ये तो हैगा ही है, बट असी अगर देखा जाए तो पुराने ज़माने के कंपेयर करिए तो जो तुम कह रहे हो कि पुराने समय में जिदा औरतें काम करदियां डिलीवरी कर दिंदियां सी, बट अगर असी सैकड़े देखे जाए तो उन्होंने औरतों की मौत भी बहुत ज़्यादा होंदी सीगी, राइट, क्योंकि साडे कोल लैक ऑफ साइंस लैक ऑफ नॉलेज घट सीगा। बट जिदा जिदा गायनाकोलॉजी एडवांसमेंट्स आईयां, साडी मैटरनल मोर्टैलिटी ये बहुत ज़्यादा घट चुकी है, क्योंकि सानू सारा कुछ समझ आ जाता है कि इस हालात विच किद्दां दा सानू की एक्शन लेना चाहिए है। तो अगर असी इनफर्टिलिटी की गल करिए उहदे विच ये कहना चाहांगे कि अज के टाइम विच एक फीमेल्स भी बहुत ज़्यादा कैरियर ओरिएंटेड हो चुकियां हैं। तो इस करके जिहदा रीज़न हुंदा है कि लेट मैरिजेस हुंदी है, लेट मैरिजेस करके जिद्दां ही लेट मैरिज हुंदी है इनफर्टिलिटी तो डेफिनेटली एक असर पाती है। इस तरह खाण पीन नूं लैके देखा जाए, खाण पीन नाल भी बहुत ज़्यादा मैटाबॉलिज्म डिफरेंस आंदा है, जिहदे करके इनफर्टिलिटी बहुत ज़्यादा वध चुकी है। PCOD ਜਿਹੜੀ ਕਿ ਛੋਟੇ ਬੱਚਿਆਂ ਤੋਂ ਹੀ ਓਕਰ ਹੋਣੀ ਸ਼ੁਰੂ ਹੋ ਗਈ ਹੈਗੇ, 13 ਸਾਲ ਦੀਆਂ ਬੱਚੀਆਂ ਨੂੰ, ਔਰ ਬਹੁਤ ਭਿਆਨਕ ਰੂਪ ਧਾਰਨ ਕਰ ਰਹੀ ਹੈ, ਬਹੁਤ ਜ਼ਿਆਦਾ ਹੋ ਰਹੀਆਂ। ਔਰ ਉਹਦੇ ਲਈ ਸਾਡੇ ਡਾਕਟਰ ਮਾਨ ਜਿਹੜੀ ਹੈਗੀ ਉਹ ਸਪੈਸ਼ਲਿਸਟ ਮੰਨੀ ਜਾਂਦੀ ਹੈ, ਕਿਉਂਕਿ ਜਿਹੜੇ ਲੋਕ ਤੁਹਾਡੇ ਨਾਲ ਜੁੜਦੇ ਆ ਤੁਸੀਂ ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦਾ ਮੈਂਟਲ ਐਟੀਟਿਊਡ ਔਰ ਦੇਖ ਕੇ ਕਾਉਂਸਲ ਕਰਕੇ ਬਹੁਤ ਸਾਰੀਆਂ ਬੱਚਿਆਂ ਨੂੰ ਜਿਹੜੇ ਹੈਗੇ ਉਹਨਾਂ ਨੂੰ ਬਿਨਾਂ ਮੈਡੀਸਨ ਤੋਂ ਹੀ ਜਿਹੜਾ ਹੈਗਾ ਉਹਨਾਂ ਨੂੰ ਲਾਈਫ ਸਟਾਈਲ ਦੇ ਨਾਲ ਹੀ ਠੀਕ ਕਰ ਦਿੰਦੇ ਹੋ। जी हाँ, श्योर ये तो गल हैगी है, क्योंकि PCOD की होंदा, PCOD सारे विच हार्मोनल इंबैलेंस करके ही होंदी है, जिहदा सब तो वड्डा एक रोल हैगा इंबैलेंस डाइट का, जिद्दां कि फास्ट फूड ज़्यादा लेना, घट एक्सरसाइज करनी, बैठे रहते हैं लोग, बच्चे आजकल कंप्यूटर पर ही बैठे रहते हैं, मोबाइल लेके बैठे रहते हैं, आउटडोर गेम्स बहुत घट हो गई हैं, इनडोर्स ही रह गई हैं। इस कारण इन्हां कारण करके PCOD बहुत ज़्यादा वध चुकी है। अगर ये असी लाइफ स्टाइल चेंजिज ही लै आईए थोड़ी जी, इहदे नाल सानूं बहुत ज़्यादा सक्सैसफुल मिलती है। ਦੱਸੋ ਕੀ ਕਹਿਣਾ ਚਾਹੋਗੇ ਕਿ ਇਨਫਰਟਿਲਿਟੀ ਜਿਹਦੇ ਲਈ ਤੁਸੀਂ ਇੱਕ ਬਹੁਤ ਹੀ ਮਾਹਰ ਡਾਕਟਰ ਮੰਨੇ ਜਾਂਦੇ ਹੋ, ਕਾਉਂਸਲਿੰਗ 'ਚ ਤੁਹਾਡੇ 'ਚ ਬੜਾ ਦਮ ਹੈਗਾ, ਔਰ ਕਈ ਵਾਰੀ ਜਦੋਂ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਤੁਸੀਂ ਉਹਨਾਂ ਨੂੰ ਈ ਜ਼ੋਨ 'ਚ ਲੈ ਕੇ ਜਾਂਦੇ ਹੋ, ਗੱਲਬਾਤ ਕਰਦੇ ਹੋ, ਔਰ ਉਹ ਲੋਕ ਸਿੰਪਲ ਰੀਜ਼ਨਾਂ ਕਰਕੇ ਜਿਹੜੀ ਇਨਫਰਟਿਲਿਟੀ ਰੁਕੀ ਹੁੰਦੀ ਆ, ਜਦੋਂ ਸਿੰਪਲ ਰੀਜ਼ਨਾਂ ਜਿਹੜੀਆਂ ਉਹ ਕੈਰੀ ਆਊਟ ਹੋ ਜਾਂਦੀਆਂ ਅਤੇ ਉਹ ਕਨਸੀਵ ਕਰ ਜਾਂਦੇ। मोस्ट ऑफ द कपल्स ਨੂੰ ਇੰਨਾ ਹੀ ਨਹੀਂ ਪਤਾ ਹੁੰਦਾ ਕਿ ਓਵੂਲੇਸ਼ਨ ਡੇਜ਼ ਕਿਹੜੇ ਆ, ਉਹਨਾਂ ਨੂੰ ਸਕਿਪ ਕਰ ਜਾਂਦੇ ਆ। ਤਾਂ ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਆ ਕਿ ਓਵੂਲੇਸ਼ਨ ਡੇਜ਼ ਕਿਹੜੇ ਆ ਤੇ ਬਹੁਤ ਜ਼ਿਆਦਾ ਮੈਟਰ ਕਰਦੇ ਆ ਕਨਸੀਵ ਕਰਨ 'ਚ। ਨੈਚੁਰਲੀ ਕਈ ਤਾਂ ਇਸੇ ਤਰੀਕੇ ਨਾਲ ਕਨਸੀਵ ਕਰ ਜਾਂਦੇ ਹਨ, ਕਈਆਂ ਨੂੰ ਹਲਕੀ ਫੁਲਕੀ ਹਾਰਮੋਨਲ ਡਿਸਟਰਬੈਂਸਿਸ ਹੁੰਦੀ ਹੈ, ਅਸੀਂ ਮੈਡੀਸਿਨਸ ਪਾ ਕੇ ਕਰਕੇ ਠੀਕ ਕਰਕੇ ਅੱਗੇ ਲੈ ਕੇ ਚੱਲਦੇ ਆ, ਜਿਸ ਕਰਕੇ ਉਹ ਕਨਸੀਵ ਹੋ ਜਾਂਦੇ ਹਨ। ਲੋਕਾਂ ਨੂੰ ਬਹੁਤ ਜ਼ਿਆਦਾ ਵਹਿਮ ਭਰਮ ਪਿਆ ਹੋਇਆ ਹੈ ਕਿ IVF ਹੀ ਲਾਸਟ ਸੋਲੂਸ਼ਨ ਹੈ, ਬਟ ਕਿ IVF ਲਾਸਟ ਸੋਲੂਸ਼ਨ ਨਹੀਂ ਹੈ। ਉਹ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਡੇ ਕੋਲ ਪ੍ਰੋਸੀਜਰਸ ਹੁੰਦੇ ਆ ਜਿਨ੍ਹਾਂ ਨਾਲ ਇੱਕ ਹੈਲਦੀ ਕਪਲ ਕਨਸੀਵ ਕਰ ਸਕਦਾ ਹੈ। ਡਾਕਟਰ ਸਾਹਿਬ ਤੁਸੀਂ ਇੱਕ ਲੇਟ ਮੈਰਿਜਸ ਦੀ ਗੱਲ ਕੀਤੀ, ਕੀ ਕਹਿਣਾ ਚਾਹੋਗੇ ਕਿ ਕਿਸੇ ਸਮੇਂ 'ਤੇ ਕਹਿੰਦੇ ਸੀ ਸਾਲ 16ਵਾਂ ਚੜ੍ਹਿਆ ਔਰ ਬੱਚਿਆਂ ਨੂੰ ਕਹਿੰਦੇ ਸੀ ਉਸ ਟਾਈਮ ਦੇ ਉੱਤੇ ਜਵਾਨ ਹੋ ਜਾਣਗੇ, ਅੱਜ ਕੱਲ੍ਹ 12 ਸਾਲ ਦੇ ਬੱਚੇ ਜਵਾਨ ਹੋ ਰਹੇ ਨੇ, ਔਰ 16ਵੇਂ ਸਾਲ ਚੜ੍ਹਨ ਤੋਂ ਬਾਅਦ ਅਸੀਂ 20-21 ਸਾਲ ਦੀ ਲੜਕੀ ਦੀ ਮੈਰਿਜ ਕਰਦੇ ਸੀ। ਅੱਜ ਜਿਹੜੀਆਂ ਮੈਰਿਜਾਂ ਉਹ 26-27 ਸਾਲ ਦੀ ਏਜ ਹੋ ਗਈਆਂ। ਕੀ ਕਹਿਣਾ ਚਾਹੋਗੇ ਕਿ 12 ਸਾਲ ਦੀ ਐਲਕੋਜੈਸਟ ਹੋਈ ਵੀ ਬੱਚੀ 12 ਸਾਲ ਦੀ ਜਿਹੜੀ ਹੈਗੀ ਆ ਯੰਗ ਮਤਲਬ ਹੋ ਰਿਹਾ, ਉਹ 27 ਸਾਲਾਂ 'ਚ ਮੈਰਿਜ, ਕੀ ਕਹਿਣਾ ਚਾਹੋਗੇ ਕਿ 15 ਸਾਲ ਦਾ ਜਿਹੜਾ ਪੀਰੀਅਡ ਹੈਗਾ ਔਰ ਪ੍ਰੈਸ਼ਰ ਕੈਰੀਅਰ ਕੌਨਸ਼ੀਅਸ, ਔਰ ਸਾਡਾ ਜਿਹੜਾ ਇੰਡੀਆ ਜਿਹੜਾ ਪੰਜਾਬ ਦਾ ਜਿੱਦਾਂ ਆਪਾਂ ਗੱਲ ਕਰ ਲਈਏ ਤਾਂ ਉਹਨਾਂ 'ਚ ਪ੍ਰੈਸ਼ਰ ਸਿਚੁਏਸ਼ਨਾਂ ਬਹੁਤ ਜ਼ਿਆਦਾ ਰਹਿੰਦੀਆਂ ਹੈਗੀਆਂ। ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਅੱਗੇ ਜਾ ਕੇ ਫਿਰ ਉਹ ਪ੍ਰੋਬਲਮ ਜਿਹੜੀ ਹੈਗੀਆਂ, ਕਿਉਂਕਿ 27-28 ਸਾਲ ਦੇ ਆਪਾਂ ਹੋ ਗਏ ਤਾਂ ਐਗਸ ਦੀ ਜਿਹੜੀ ਕੁਆਲਿਟੀ ਉਹ ਤਾਂ ਘਟਣੀ ਹੈ। हाँ जी, जिद्दां ही फीमेल 30 ईयर्स तो बाब होंदी है उहदे एग्स की क्वालिटी घटनी शुरू हो जाती है। बेसिकली इनफर्टिलिटी का मेन रीज़न एक ये भी है क्योंकि आजकल कैरियर ओरिएंटेड आ 30 साल के बाद विआह करदियां हन, उहदे करके इनफर्टिलिटी का ज़्यादा बूस्टअप हो चुका है।
बट अजकल बहुत ज़्यादा मॉडर्न टैक्नीक्स भी आ चुकियां हैं ਜਿਹਦੇ ਵਿੱਚ ਇਹ ਹੁੰਦਾ ਕਿ ਅਗਰ कैरियर ओरिएंटेड फीमेल्स की करदियां ने अपने पहले ही एग्स प्रिजर्व करवा ਦਿੰਦੀਆਂ ਹਨ ਉਹਨਾਂ ਅਸੀਂ प्रिजर्व कर ਦਿੱਤਾ ਜਦੋਂ ਬਾਅਦ ਵਿੱਚ अगर सपोज ਉਹ लेट मैरिज भी करती है 35-40 ईयर्स तो बाद भी तो ਉਹ ਆਪਣੇ ਹੀ एग्स ਨਾਲ कंसीव कर सकती है। साइंस ने बहुत ज़्यादा डिवेलपमेंट कर ली है। तो ਜਿਹੜੀ ਆਪਾਂ ਐਲਡਰਲੀ ਮਿਨਾਰਕੀ ਕਹਿ ਦਈਏ ਜਿੱਦਾਂ ਕਿ 12 ਸਾਲ ਦੀਆਂ ਲੜਕੀਆਂ ਨੂੰ ਵੀ ਪੀਰੀਅਡ ਆਣੇ ਸ਼ੁਰੂ ਹੋ ਗਏ ਹਨ ਜਿੱਦਾਂ ਕਿ ਪਹਿਲਾਂ ਏਜ 14-15 ਸਾਲ ਦੀ ਮੰਨੀ ਜਾਂਦੀ ਸੀ। ਇਹ ਇੱਕ ਹਾਰਮੋਨਲ ਤੇ ਲਾਈਫਸਟਾਈਲ ਡਿਸਟਰਬੈਂਸ ਕਰਕੇ ਹੋ ਰਿਹਾ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ। ਅਸੀਂ ਦੇਖ ਰਹੇ ਕਿ ਅੱਜਕੱਲ ਈਵਨ 10-10 ਸਾਲ ਦੀ ਲੜਕੀਆਂ ਵੀ ਪਹਿਲਾਂ ਹੀ ਪੀਰੀਅਡਸ ਆ ਜਾਂਦੇ ਹਨ ਇਸ ਕਰਕੇ ਕਿਉਂਕਿ ਹਾਰਮੋਨਲ ਤੇ ਲਾਈਫ ਪੂਰਾ ਡਿਸਟਰਬੈਂਸ ਹੋ ਚੁੱਕੀ ਹੈ। ਇਸ ਕਰਕੇ ਇਹਨਾਂ ਇਹਦੇ ਕਰਕੇ ਕਹਿ ਸਕਦੇ ਹਾਂ। ਤਾਂ ਅਗਰ ਇੱਕ ਲੜਕੀ ਪੂਰੀ ਹੈਲਦੀ ਰਵੇ ਐਕਟਿਵ ਰਹਿਣ ਉਹਦੇ ਕਰਕੇ ਇਹ ਸਭ ਡਿਲੇ ਆਪਾਂ ਕਰ ਸਕਦੇ ਹਾਂ ਨॉर्मल ਏਜ ਤਾਈਂ ਲੈ ਕੇ ਆ ਸਕਦੇ ਹਾਂ। ਦੱਸੋ ਕੀ ਕਹਿਣਾ ਚਾਹੋਗੇ ਕਿ ਸਿਸਟ ਦੀ ਗੱਲ ਕਰ ਲਈਏ ਐਂਡੋਮੈਟ੍ਰਿਓਸਿਸ ਦੀ ਗੱਲ ਕਰ ਲਈਏ ਤਾਂ ਇਹ ਸਾਰੇ ਜਿਹੜੇ ਹੈਗੇ ਆ ਪ੍ਰੋਸੀਜਰਸ ਇਸ ਆਈਵੀ ਹਸਪੀਟਲ ਦੇ ਵਿੱਚ ਅਵੇਲੇਬਲ ਹੈਗੇ ਆ ਔਰ ਬਹੁਤ ਹੀ ਬੈਸਟ ਤਰੀਕੇ ਦੇ ਨਾਲ ਲੈਪਰੋਸਕੋਪਿਕਲੀ ਜਿਹਦੇ ਨਾਲ ਕੋਈ ਚੀਰਾ ਕੱਟ ਜ਼ਿਆਦਾ ਨਹੀਂ ਹੈ ਔਰ ਕੋਈ ਬਲੱਡ ਸ਼ੈਡਿੰਗ ਨਹੀਂ ਹੈ ਔਰ ਕੋਈ ਹਸਪੀਟਲ ਦਾ ਸਟੇ ਨਹੀਂ ਹੈ ਕੀ ਕਹਿਣਾ ਚਾਹੋਗੇ? डेफिनेटली एंडोमेट्रियोसिस ਜਿਹਨੂੰ ਕਿ ਆਪਾਂ ਬੇਸਿਕਲੀ ਅਗਰ ਤਾਂ ਇਫ ਇਟ ਇਜ਼ ਨਾਟ ਅ ਸੀਵੀਅਰ ਮਾਈਲਡ ਜੀ ਅਸੀਂ ਉਹਨੂੰ ਟ੍ਰੀਟਮੈਂਟ ਦੇ ਨਾਲ ਹੀ ਮੈਡੀਸਿਨਸ ਦੇ ਕੇ ਹੀ ਟ੍ਰੀਟ ਕਰਨਾ ਚਾਹਾਂਗੇ ਬੈਟਰ ਪਸੰਦ ਕਰਦੇ ਹਾਂ। ਬਟ ਅਗਰ ਫਿਰ ਵੀ ਅਗਰ ਸਰਜੀਕਲੀ ਹੁੰਦੀ ਹੈ ਜਿੱਦਾਂ ਹਿਸਟਰੈਕਟਮੀਜ਼ ਹੋ ਜਾਂਦੀਆਂ ਹੈ ਸਿਸਟੈਕਟਮੀ ਕਰਨੀ ਹੈ ਤਾਂ ਸਾਡੇ ਕੋਲ ਲੈਪਰੋਸਕੋਪਿਕਲ ਫੈਸਿਲਿਟੀ ਅਵੇਲੇਬਲ ਹੈ। ਉਹਦੇ ਵਿੱਚ ਕੋਈ ਚੀਰਾ ਨਹੀਂ ਹੈ ਕੁਛ ਨਹੀਂ ਹੈ ਸਿਰਫ ਇੱਕ ਦਿਨ ਦਾ ਸਟੇ ਹੈ। ਪੇਸ਼ੈਂਟ ਮਾਰਨਿੰਗ 'ਚ ਆਉਂਦਾ ਹੈ ਆਪਣੀ ਹਿਸਟਰੈਕਟਮੀ ਜਾਂ ਸਰਜਰੀ ਕਰਾ ਕੇ ਸ਼ਾਮ ਨੂੰ ਚਲੇ ਜਾਂਦਾ ਹੈ ਅਤੇ ਨੈਕਸਟ ਡੇ ਆਪਣੇ ਰੂਟੀਨ ਵਰਕਸ ਆਪਣੇ ਕੈਰੀ ਔਨ ਕਰ ਸਕਦਾ ਹੈ। डॉक्टर साहब तुहाडा बहुत बहुत धन्यवाद। और ये प्रीमियर इंस्टीट्यूट आईवी हॉस्पिटल जिहड़ा कि एक वरदान है हिमाचल के लोगों के लिए भी और पंजाब के लोगों के लिए भी दूरों दूरों पेशेंट इत्थे आते हैं हिमाचल के भी पंजाब के भी फायदा उठाते हैं। तुहाडा सानूं समझ देने लिए बहुत धन्यवाद। थैंक यू जी। बस एंड विच मैं तुहानूं एक गल कहना चाहांगी कि साडियां फीमेल्स पेशेंट्स मातावां जिहड़ियां कि 50-60 साल दी उम्र दियां हो रही हैं ਉਹ ਐਕਚੁਅਲੀ ਬਹੁਤ ਜ਼ਿਆਦਾ ਸ਼ਾਈਨੈਸ ਮਹਿਸੂਸ ਕਰਦੀਆਂ ਹਨ ਆਪਣੀ ਪ੍ਰੋਬਲਮਸ ਨਹੀਂ ਦੱਸਦੀਆਂ ਹਨ ਜਿੱਦਾਂ ਕਿ ਮਹੀਨਾ ਬੰਦ ਹੋਣ ਤੋਂ ਬਾਅਦ ਮਾਹਵਾਰੀ ਆਉਣਾ। ਅੱਜ ਕੱਲ੍ਹ ਮੈਂ ਕਾਫੀ ਕੇਸਿਸ ਦੇਖ ਰਹੀ ਹਾਂ ਕਿ ਆਉਂਦੀਆਂ ਹੀ ਨਹੀਂ ਹੈ ਦੱਸਦੀਆਂ ਹੀ ਨਹੀਂ ਹੈ ਕਿ ਸਾਨੂੰ ਸੰਗ ਲੱਗਦੀ ਹੈ ਸ਼ਰਮ ਆਉਂਦੀ ਹੈ ਨਾ। ਪਲੀਜ਼ ਇਹਨੂੰ ਇਗਨੋਰ ਨਾ ਕੀਤਾ ਜਾਵੇ। ਅਗਰ ਮਾਹਵਾਰੀ ਬੰਦ ਹੋਣ ਤੋਂ ਬਾਅਦ ਤੁਹਾਨੂੰ ਖੂਨ ਪੈ ਰਿਹਾ ਜਾਂ ਬਲੀਡਿੰਗ ਹੋ ਰਹੀ ਹੈ ਜਾਂ ਪਾਣੀ ਪੈ ਰਿਹਾ ਇਹ ਕਿਸੇ ਹੋਰ ਚੀਜ਼ ਦੇ ਲੱਛਣ ਵੀ ਹੋ ਸਕਦੇ ਹਨ ਜਿਵੇਂ ਕਿ ਕੈਂਸਰ। ਸੋ प्लीज़ अगे आओ अपनी प्रॉब्लम्स साडे नाल शेयर करो दसो तो अपना ट्रीटमेंट लो ताकि असीं वक्त रहंदे उहदा इलाज कर सकीए। थैंक यू जी। हम आपको मिलाने जा रहे हैं डॉक्टर नेहा अग्रवाल जी के साथ जो स्कैटी की सेवाएं यहाँ पर दे रही हैं। कोई भी डिडक्शन वाले पेशेंट्स हैं कोई भी डिप्रेशन वाले हैं कोई भी माइग्रेन वाले हैं तो यहाँ पर पूरा बढ़िया इलाज होता है आईवी हॉस्पिटल में। बात करेंगे डॉक्टर नेहा जी के साथ। नेहा जी स्वागत है आपका हमारे स्पेशल शो में। थैंक यू सर। नेहा जी क्या कहना चाहेंगे कि स्कैट्री जो कि किसी समय पर लोग दबाते थे लोग डिस्कस नहीं करते थे लेकिन आज के युग में कोई भी डिप्रेशन की बात कर लें हम लोग प्रेशर सिचुएशंस की बात कर लें एडिक्शन की बात कर लें तो आजकल लोग छुपाते नहीं हैं बल्कि डॉक्टर से डिस्कस करते हैं और इस डिस्कशन के साथ ही जो स्कैट्री वाले डॉक्टर हैं उनके लिए भी ये आसान हो रहा है। हाँ जी सर आपने एकदम सही कहा। जैसे पहले ये होता था कि सिर्फ फिज़िकल हेल्थ पे ध्यान देते थे। पहले मेंटल हेल्थ के लिए वर्ड ही लोग डिग्रेडिंग यूज़ करते थे कि पागलपन के अलावा कोई मेंटल इलनेस समझते नहीं थे। पर अब एक मेंटल हेल्थ का स्कोप लोगों को अलग समझ में आने लगा है कि जितनी फिज़िकल हेल्थ इंपॉर्टेंट है उतनी मेंटल हेल्थ इंपॉर्टेंट है जिसके कारण जो हमारे डेली बेसिस के स्ट्रेसेस हैं जिसके कारण नई नई बीमारियां पनपती जा रही हैं उसके लिए अब जागरूकता आने के कारण जो मरीज़ है ना वो खुल के हमारे पास आने लग गए हैं। और जब वो खुद में सुधार देखते हैं दवाइयों के द्वारा काउंसलिंग के द्वारा तो उससे उनको पता लगता है कि भी मेंटल हेल्थ की क्या इम्पोर्टेंस है एक लाइफ में। जैसे कि बीपी की है वैसे ही मेंटल हेल्थ की है एक। क्या कहना चाहेंगे कि अगर हम एडिक्शन वाले लोगों की बात कर लें तो लोगों को उनकी एडिक्शन के साथ उनके नशे के साथ नफरत होनी चाहिए बंदों के साथ नहीं क्योंकि वो भी जैसे आपने बोला कि शुगर है बीपी है ये एक बीमारी है जिसके साथ वो लोग उनको पता नहीं चलता जब उनको नशे की लत लगती है उनको लगता है कि हमें तोड़ लगी हुई है तो उनको पता नहीं चलता कौन मेरा भाई है बहन है। तो हम लोगों को उन लोगों से नफरत नहीं करनी बल्कि उनके नशे से नफरत करनी है और उन लोगों को हमने इस सोसाइटी से ये नहीं करना कि डिग्रेड करके और हम लोग उनको उस दलदल में धकेलें। सर जैसे ना पहले बहुत मिथ भी फैलाए हुए थे कि मैं अगर नशे वाले के साथ बैठ के खाना खा रहा हूँ या कुछ कर रहा हूँ तो मुझे वो बीमारी हो जाएगी। अब क्या हो गया ये मिथ टूट भी चुके हैं। दूसरी चीज़ क्या है कि अब नशे वाले को भी समझ आने लग गया है कि मैं ये एक इलाज इसका उपचार पॉसिबल है जिससे मैं नशा ना करके वो दवाई लेके आराम से अपने परिवार में अपने काम में अपनी सोसाइटी में
रह सकता हूँ एक सभ्य तरीके से। तो सर दवाई का बहुत बड़ा रोल है एक डी एडिक्शन के लिए, कि दवाई मरीज आके ले जिससे उसकी नियमित दिनचर्या चलती रहे। इसके कारण फिर वो जो सब्जेक्ट हमारे लिए क्या हो जाता था कि नहीं नहीं इससे दूर रहना है या इसकी संगत में नहीं रहना है, वो सिनेरियो बहुत चेंज हो गया है अभी। डॉक्टर साहब, काउंसलिंग जिसका कि बहुत बड़ा रोल है, आपके पास चाइल्ड साइकियाट्री वाले भी लोग आ रहे हैं, छोटे छोटे बच्चों को भी लेकर आ रहे हैं, आप उनको भी काउंसल करते हैं। क्या कहना चाहेंगे कि आज जो साइकियाट्री का एक बहुत बड़ा एक चीज़ बन गया है, अब तो पेशेंट ने अगर ऑपरेशन कराना है तो भी उसको साइकोलॉजिस्ट की ज़रूरत रहती है, और ये हॉस्पिटल एक मल्टी स्पेशलिटी हॉस्पिटल है जिसमें आपकी सेवाएं हर डिपार्टमेंट में ही लोग चाहते हैं और आप करते हैं। हाँ जी, एकदम सही कहा आपने कि ऑपरेशन से पहले भी जैसे आपने कहा कि काउंसलिंग की नीड रहती है। अब इसका हम कारण जानेंगे। होता क्या है कि एक मरीज इस उम्मीद से आता है कि कुछ बड़ी बीमारी नहीं होगी, थोड़ा बहुत जो लक्षण है वो ठीक निकलेगा। बट अगर हम बड़ी बीमारी की बात करें, जैसे हमारे यहाँ पे ऑन्को की सुविधाएं उपलब्ध हैं, वस्कुलर की, कार्डियक की सारी सुविधाएं उपलब्ध हैं। जब एक मेजर डायग्नोसिस सर पेशेंट सुनता है तो पहले वो डिनायल में जाता है कि मुझे तो कुछ हुआ ही नहीं है। पर होता क्या है, वो डिनायल तो है नहीं सर, बीमारी तो पनप ही रही है। तो उसको पहले हम साइकोलॉजिकली प्रिपेयर करते हैं कि हाँ जी ये बीमारी तो है, पर इलाज भी क्या है, संभव है, जिससे वो विलिंगली जब उस प्रोसीजर के अंदर जाता है सर, तो मेडिसिन के साथ साथ जो हमारा वेल प्रिपेयर्ड माइंड है, जब वो भी साथ में वही रसायन छोड़ने लगता है, तो हीलिंग क्या हो जाती है उसी चीज़ की, अच्छी और जल्दी हो जाती है। ये रहता है सर। डॉक्टर नेहा, क्या कहना चाहेंगे कि आपने आज तक उन पेशेंट्स को जो जिनके पेरेंट्स को लगता था कि नहीं ये तो मर ही जाएंगे, अब ये इतना ज़्यादा चिट्टा खा रहे हैं, आपने उन पेशेंट्स को भी एक नई ज़िंदगी दी है, प्रोवाइडेड कि उसका माइंड हो और उनके पेरेंट्स साथ दें। आप उनको ही नहीं बल्कि उनके पेरेंट्स को भी जो है काउंसल करते हैं, अगर वो मैरिड है तो उसकी वाइफ को भी आप उस सराउंडिंग्स लेते हैं साथ में, और सराउंडिंग्स लेकर उसका फ्रेंड सर्कल की आपने इसको, अगर एक बार तो चलिए ये नशा छोड़ जाएगा लेकिन बाद में उस दलदल में ना पड़े, उसका लिए भी आप लोग इलाज करते हैं कि वो एक पॉजिटिवली अपने माइंड को डेवलप करे और वो लोगों की परवाह ना करे। सर इसमें रहता क्या है कि पहले हम एक इनिशिएशन पॉइंट यानी कि स्टार्टिंग जो दवाई है वो तो रखते ही रखते हैं, बट जब वो एक पथ पे चल चुका है मतलब मरीज़ हमारा, तो उसके लिए मेंटेनेंस भी रखना ज़रूरी है। तो इस फेज़ में हम मरीज को एक तो काउंसलिंग तो करते ही हैं, पॉजिटिव मोटिवेशन तो मरीज के साथ रहती है। साथ में हम क्या करते हैं कि किसी भी स्टेप पे अगर उसको किसी भी तरह की, चाहे सोशल के तरीके से, फैमिली या इवन फिजिकल सिम्टम्स, अगर मान लो फिर से क्रेविंग होगी, दोस्तों की संगत में गया, दोस्त ने बोला ले ले एक से क्या होता है तेरा, तो उस सिनेरियो में भी हम उसे ना कहना सिखाते हैं कि फिर से नहीं लेनी है। तो सर ये पॉजिटिव मोटिवेशन के लिए, मरीज की मेंटेनेंस के लिए ना सर, उसको हम अपने पास फिर से रखते हैं, ये चीज़ रहती है। डॉक्टर नेहा, यू आर एन इंस्टीट्यूशन, यू हैव लॉन्ग डेटाज। आज हमें समझ देने के लिए बहुत बहुत धन्यवाद। थैंक यू सो मच सर। ਅਸੀਂ ਗੱਲ ਕਰ ਰਹੇ ਹਾਂ ਡਾਕਟਰ ਪ੍ਰਿੰਸ਼ੂ ਚੌਧਰੀ ਜੀ ਦੇ ਨਾਲ, ਜਿਹੜੇ ਕੈਂਸਰ ਦੇ ਸਪੈਸ਼ਲਿਸਟ ਨੇ, ਇੱਥੇ ਆਈਵੀ ਹਸਪੀਟਲ ਹੁਸ਼ਿਆਰਪੁਰ 'ਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਉਹ ਜ਼ਮਾਨਾ ਜਦੋਂ ਲੋਕ ਕੈਂਸਰ ਦਾ ਜਦੋਂ ਨਾਮ ਲੈ ਦਿੰਦਾ ਸੀਗਾ ਕੋਈ ਘਰ ਦੇ ਵਿੱਚ, ਤਾਂ ਉਹ ਕਹਿੰਦੇ ਸੀ ਨਹੀਂ ਨਹੀਂ ਵੀ ਇਹਦਾ ਨਾਮ ਨਹੀਂ ਲੈਣਾ, ਨਾਮ ਰਾਤ ਬਿਮਾਰੀ ਹੈ, ਔਰ ਅੱਜ ਲੋਕ ਅਵੇਅਰ ਹੋ ਗਏ। ਕੀ ਕਹਿਣਾ ਚਾਹੋਗੇ ਕਿ ਕੈਂਸਰ ਦੇ ਨਾਲ ਜਿਹੜੀ ਮੋਰਟੈਲਿਟੀ ਸੀਗੀ, ਜਿਸ ਤਰੀਕੇ ਦੇ ਨਾਲ ਮੌਤਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਤੁਸੀਂ ਡਾਕਟਰਸ ਨੇ ਬਹੁਤ ਜ਼ਿਆਦਾ ਘਟਾਤਾ, ਔਰ ਕੈਂਸਰ ਨੂੰ ਅਗਰ ਆਪਾਂ ਪਹਿਲੀ ਜਾਂ ਸੈਕੰਡ ਸਟੇਜ ਪੜ੍ਹ ਲੈਂਦੇ ਹਾਂ ਤਾਂ ਬਹੁਤ ਸਾਰੀਆਂ ਐਸੀਆਂ ਕੈਂਸਰਾਂ ਜਿਹੜੀਆਂ ਬਿਲਕੁਲ ਹੀ ਸਹੀ ਹੋ ਸਕਦੀਆਂ ਔਰ ਤੁਸੀਂ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕਦੇ ਹੋ। जी बिल्कुल, तुसी जो मुद्दा चुक्या है बड़ा इंपॉर्टेंट एक मुद्दा। मैं कहूँगा कि कैंसर तो सब तो पहला है कि आप डरना नहीं हैगा। कैंसर शब्द तो जनता डर के इलाज करनों हट जाती है, ये सब तो वड्डी गलत धारणा है। कैंसर का इलाज डिपेंड करता भी वो किहड़ी स्टेज ते है। ज़्यादातर कैंसर की स्टेज होंदी है 1, 2, 3 ते 4 ਜਿਹੜੀ ਹੁੰਦੀ ਹੈ ਲਾਸਟ ਸਟੇਜ ਮੰਨੀ ਜਾਂਦੀ ਹੈ। 1, 2, 3 ਜਿਹੜੀਆਂ ਸਟੇਜਾਂ, ਉਹਨਾਂ 'ਚ 100% ਪੇਸ਼ੈਂਟ ਦਾ ਸੰਭਵ ਹੈ। ਅਲੱਗ-ਅਲੱਗ ਕੈਂਸਰ 'ਚ ਅਲੱਗ-ਅਲੱਗ ਤਰੀਕੇ ਦਾ ਇਲਾਜ ਹੁੰਦਾ, ਅਤੇ ਜਿਹੜਾ ਜੜ ਤੋਂ ਠੀਕ ਕਰਨ ਵਾਲੇ ਕੈਂਸਰ ਹੈ ਉਹ 3 ਸਟੇਜ ਤੱਕ ਅਸੀਂ ਕਰ ਸਕਦੇ ਹਾਂ। ਕੁਛ 4 ਸਟੇਜ ਦੇ ਵੀ ਕੈਂਸਰ ਅਸੀਂ ਜੜੋਂ ਠੀਕ ਕਰ ਸਕਦੇ ਹਾਂ, ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪਹਿਲਾਂ ਆਪਾਂ ਉਹਦਾ ਸਹੀ ਇਲਾਜ ਕਰੀਏ। ਇਲਾਜ ਜੇ ਤੁਸੀਂ ਸਿਰਫ ਇਸੀ ਗੱਲ ਤੋਂ ਡਰ ਕੇ ਨਹੀਂ ਕਰਾਉਣਾ ਚਾਹੁੰਦੇ ਵੀ ਕੈਂਸਰ ਹੈ ਇਹ ਲਾਇਲਾਜ ਹੈ, ਇਹ ਗਲਤ ਧਾਰਨਾ ਹੈ। ਕੈਂਸਰ ਦਾ ਇਲਾਜ ਹੈਗਾ, ਅਤੇ ਉਹ ਕਿੰਨਾ ਕੁ ਤੁਸੀਂ ਠੀਕ ਹੋ ਪਾਓਗੇ ਉਹ ਜਿਹੜਾ ਹੈ ਉਹ ਸਟੇਜ 'ਤੇ ਡਿਪੈਂਡ ਕਰੇਗਾ। ਉਹਦੇ ਲਈ ਆਪਾਂ ਨੂੰ ਸਾਰੇ ਸਕੈਨ, ਇੱਕ CT ਸਕੈਨ ਜਾਂ ਪੈਟ ਸਕੈਨ, ਇੱਕ ਬਾਇਓਪਸੀ, ਇਹ ਕੁਝ ਟੈਸਟ ਹੁੰਦੇ ਆ, ਇਹ ਕਰਾ ਕੇ ਹੀ ਸਾਨੂੰ ਪਤਾ ਲੱਗੇਗਾ ਵੀ ਅਸੀਂ ਅੱਗੇ ਕਿੰਨਾ ਕੁ ਉਹਦਾ ਇਲਾਜ ਕਰ ਪਾਵਾਂਗੇ।
ਡਾਕਟਰ ਸਾਹਿਬ, ਸਰੀਰ ਦੇ ਵਿੱਚ ਕੋਈ ਵੀ ਅਨਵਾਂਟਡ ਗੰਢ ਹੈਗੀ ਆ, ਕੋਈ ਵੀ ਆਪਾਂ ਨੂੰ ਲੱਗਦਾ ਸਰੀਰ ਦੇ ਵਿੱਚ, ਤਾਂ ਉਸ ਵੇਲੇ ਸਾਨੂੰ ਕਿਸੇ ਬਿਲਕੁਲ ਸਪੈਸ਼ਲਾਈਜ਼ਡ ਡਾਕਟਰਸ ਨੂੰ ਦਿਖਾਉਣਾ ਚਾਹੀਦਾ ਹੈਗਾ, ਕਿਉਂਕਿ ਅੱਜ ਦੇ ਜਿਹੜੇ ਕੈਂਸਰਾਂ ਇਹ ਕਈ ਵਾਰੀ ਸਾਇਲੈਂਟ ਕੈਂਸਰਸ ਹੁੰਦੀਆਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਕੈਂਸਰ ਦਾ ਰੂਪ ਹੈਗਾ, ਲੇਕਿਨ ਉਹ ਸਾਨੂੰ ਗੰਢ ਆ, ਤੁਸੀਂ ਚੱਲ ਕੋਈ ਨਹੀਂ ਗੰਢ ਹੀ, ਸਾਡੇ ਕਿਹੜਾ ਕੋਈ ਦਰਦ ਹੁੰਦਾ। ਕੀ ਕਹਿਣਾ ਚਾਹੋਗੇ ਕਿ ਇਹ ਚੀਜ਼ਾਂ ਇੱਕ ਸਪੈਸ਼ਲਿਸਟ ਨੂੰ ਦਿਖਾਉਣੀਆਂ ਜ਼ਰੂਰੀ ਹੈ? ਜੀ ਬਿਲਕੁਲ। ਕੈਂਸਰ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ, ਜਿੰਨੀ ਆਪਾਂ ਛੇਤੀ ਫੜਾਂਗੇ ਉਹਨਾਂ ਉਹਦੀ ਠੀਕ ਹੋਣ ਦੀ ਸੰਭਾਵਨਾ ਵਧੇਗੀ। ਜੇ ਆਪਾਂ ਉਹਨੂੰ ਛੇਤੀ ਫੜ ਸਕਦੇ ਹਾਂ ਤਾਂ ਆਪਾਂ ਜਲਦੀ ਵੀ ਠੀਕ ਹੋ ਸਕਦੇ ਹਾਂ ਅਤੇ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਾਂ। ਅਤੇ ਕੈਂਸਰ ਦੇ ਕੁਝ ਲੱਛਣ ਜਿਵੇਂ ਤੁਸੀਂ ਦੱਸਿਆ ਵੀ ਕੋਈ ਸਰੀਰ ਦੇ ਕੋਈ ਗੰਢ ਹੈ ਜਾਂ ਕੋਈ ਲੰਬੇ ਸਮੇਂ ਤੋਂ ਤੁਹਾਨੂੰ ਖੰਘ ਆ ਰਹੀ ਹੈ ਜਿਹੜੀ ਠੀਕ ਨਹੀਂ ਹੁੰਦੀ, ਜਿਹਨੂੰ ਕਹਿੰਦੇ 1 ਮਹੀਨੇ ਤੋਂ ਵੱਧ, ਉਦੋਂ ਆਪਾਂ ਦੇਖਣਾ ਕਿੱਥੋਂ ਖੂਨ ਵਗਦਾ ਹੋਏ, ਜੇ ਤੁਹਾਡੇ ਮੂੰਹ 'ਚੋਂ ਲੈਟਰਨ ਦੇ ਰਸਤੇ ਜਾਂ ਕਦੇ ਉਲਟੀ 'ਚ ਖੂਨ ਆਇਆ ਹੋਏ, ਜਾਂ ਜੇ ਤੁਹਾਡਾ ਵਜ਼ਨ ਘਟਦਾ ਹੋਏ, ਜਿਹਨੂੰ ਕਹਿੰਦੇ ਆ ਵੀ ਤੁਹਾਡੇ 10% ਤੋਂ ਵੱਧ ਜਿਹੜਾ ਤੁਹਾਡਾ ਵਜ਼ਨ ਘਟ ਜੇ, ਇਹਨੂੰ ਕਹਿੰਦੇ ਆ। ਤੁਹਾਨੂੰ ਕੋਈ ਬੁਖਾਰ ਆ ਰਿਹਾ ਜਿਹੜਾ ਮਹੀਨੇ ਤੋਂ ਉੱਪਰ ਠੀਕ ਨਹੀਂ ਹੋ ਰਿਹਾ, ਤੁਹਾਡੇ ਸੈੱਲ ਡਾਊਨ ਹੋਣ ਲੱਗ ਗਏ, ਤੁਹਾਡਾ ਹੀਮੋਗਲੋਬਿਨ ਘਟਣ ਲੱਗ ਗਿਆ, ਇਹ ਸਭ ਕੁਛ ਲੱਛਣ ਹੋ ਸਕਦੇ ਆ। ਜ਼ਰੂਰੀ ਨਹੀਂ ਹੈ ਕਿ ਜੇ ਤੁਹਾਨੂੰ ਇਹ ਲੱਛਣ ਹੈ ਤਾਂ ਫਿਰ ਤੁਹਾਨੂੰ ਕੈਂਸਰ ਹੀ ਹੋਏਗਾ, ਲੇਕਿਨ ਤੁਹਾਨੂੰ ਇੱਕ ਵਾਰ ਜਾ ਕੇ ਇਹਨਾਂ ਨੂੰ ਟੈਸਟ ਕਰਾਉਣਾ ਪਏਗਾ। ਡਾਕਟਰ IVI ਹਸਪੀਟਲ ਜਿਹੜਾ ਕਿ ਇੱਕ ਹਾਰਟ ਆਫ ਦੀ ਜਿਹੜਾ ਸਿਟੀ ਹੈਗਾ ਹੁਸ਼ਿਆਰਪੁਰ ਦਾ, ਬਿਲਕੁਲ ਮੇਨ ਰੋਡ ਦੇ ਉੱਪਰ ਇਹ ਸਥਿਤ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਹਿਮਾਚਲ, ਸਾਰਾ ਪੰਜਾਬ ਜਿਹੜਾ ਹੈਗਾ ਇਸ ਹਸਪੀਟਲ ਦੇ ਵਿੱਚ ਸੇਵਾਵਾਂ ਆਪਣੀਆਂ ਲੈਂਦਾ ਔਰ ਇਹਦਾ ਲਾਭ ਉਠਾਉਂਦਾ। ਮਲਟੀ ਸਪੈਸ਼ਲਿਟੀ ਹਸਪੀਟਲ ਆ। ਕੈਂਸਰ ਵਾਲਾ ਜਿਹੜਾ ਰੋਗੀ ਆ ਉਹਨੂੰ ਨਾਲ ਨਾਲ ਹਾਰਟ ਦੀਆਂ, ਨਿਊਰੋ ਦੀਆਂ, ਲੀਵਰ ਦੀਆਂ, ਇਹ ਇੱਕ ਮਲਟੀ ਸਪੈਸ਼ਲਿਟੀ ਵੈਂਚਰ ਹੈ ਜਿਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਇਲਾਜ ਜਿਹੜਾ ਸੰਭਵ ਹੈ। ਔਰ ਸਾਡੇ ਕੋਲ ਲੇਟੈਸਟ CT ਸਕੈਨ, MRI, ਹਰ ਤਰ੍ਹਾਂ ਦੇ ਟੈਸਟ ਜਿਹੜੇ ਅਵੇਲੇਬਲ ਆ। ਜੀ ਬਿਲਕੁਲ, ਇੱਥੇ ਸਾਡੇ ਕੋਲ ਸਰਜੀਕਲ ਓਨਕੋਲੋਜਿਸਟ ਜਿਹੜੇ ਕੈਂਸਰ ਦੇ ਸਰਜਰੀ ਦੇ ਮਾਹਰ ਉਹ ਵੀ ਅਵੇਲੇਬਲ ਹੈ, ਅਤੇ ਮੈਂ ਡਾਕਟਰ ਪ੍ਰਿਆੰਸ਼ੂ, ਮੈਂ ਕੀਮੋਥੈਰੇਪੀ ਮੈਡੀਕਲ ਓਨਕੋਲੋਜਿਸਟ ਵੀ ਇੱਥੇ ਅਵੇਲੇਬਲ ਹੈ। ਹੁਣ ਜਿੰਨੇ ਵੀ ਪੇਸ਼ੈਂਟ ਹੈ, ਚਾਹੇ ਉਹ ਹਿਮਾਚਲ ਦੇ ਹੈ ਚਾਹੇ ਲੋਕਲ ਪੇਸ਼ੈਂਟ ਹੈ, ਉਹਨਾਂ ਨੂੰ ਜਲੰਧਰ ਜਾਣ ਦੀ ਲੋੜ ਨਹੀਂ ਹੈ। ਇੱਥੇ ਹੀ ਅਸੀਂ ਪ੍ਰੋਪਰ ਇਲਾਜ, ਜੇ ਤੁਹਾਡਾ ECHS ਹੈ ਉਹ ਵੀ ਇੱਥੇ ਅਵੇਲੇਬਲ ਹੈ ਫੌਜੀ ਕਾਰਡ 'ਤੇ, ਅਤੇ ਸਾਰੀ ਤਰ੍ਹਾਂ ਦੇ ਇੰਸ਼ੋਰੈਂਸ ਸਭ ਕੁਛ ਅਵੇਲੇਬਲ ਹੈ, ਅਤੇ ਪ੍ਰੋਪਰ ਜਿਹੜਾ ਇਲਾਜ ਹੈ ਉਹ ਕੈਂਸਰ ਦਾ ਇੱਥੇ ਸੰਭਵ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਧੰਨਵਾਦ ਜੀ ਸਾਰਿਆਂ ਨੂੰ। ਹੁਣ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਪ੍ਰਦੀਪ ਢਿੰਗੜਾ ਜੀ ਦੇ ਨਾਲ, ਜੋ ਪੀਡੀਆਟ੍ਰੀਸ਼ੀਅਨ ਨੇ ਔਰ ਇੱਥੇ ਸੇਵਾਵਾਂ ਦੇ ਰਹੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਅੱਜ ਇਹ ਹਸਪੀਟਲ IV ਹਸਪੀਟਲ ਜਿਹੜਾ ਹੈਗਾ ਇੱਕ ਵਰਦਾਨ ਆ ਉਹਨਾਂ ਲੋਕਾਂ ਦੇ ਲਈ, ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਐਮਰਜੈਂਸੀ ਦੇ ਹਾਲਾਤਾਂ 'ਚ ਆਉਣਾ ਪੈਂਦਾ, ਜਾਂ ਉਹਨਾਂ ਨੂੰ ਜਦੋਂ ਬਰਥ ਦੇ ਸਮੇਂ ਜਿਹੜੇ ਬੱਚੇ ਜਨਮ ਲੈਂਦੇ ਆ, ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ IV ਹਸਪੀਟਲ ਦੇ ਵਿੱਚ ਅਵੇਲੇਬਲ ਹੈ। ਦੇਖੋ ਜੀ, ਮੈਂ ਡਾਕਟਰ ਪ੍ਰਦੀਪ ਢਿੰਗੜਾ, ਮੈਂ ਬੱਚਿਆਂ ਦਾ ਡਾਕਟਰ ਹਾਂ, ਅਤੇ ਮੈਂ ਹਸਪੀਟਲ ਅਰਾਊਂਡ 6 ਸਾਲ ਤੋਂ ਇੱਥੇ ਹੈਗਾ ਇਸ ਹਸਪੀਟਲ ਦੇ ਅੰਦਰ। ਅਤੇ ਜਿਹੜੇ ਸਾਡੇ ਕੋਲ 2 ਤਰੀਕੇ ਦੀ ਫੈਸਿਲਿਟੀਜ਼ ਹੈਗੀਆਂ, ਇੱਕ ਤਾਂ ਹੈਗਾ ਨਿਓਨੇਟੋਲੋਜੀ ਅਤੇ ਇੱਕ ਹੈਗਾ ਪੀਡੀਆਟ੍ਰਿਕਸ। ਨਿਓਨੇਟੋਲੋਜੀ ਮਤਲਬ ਕਿ ਜਿਹੜੇ ਬੱਚੇ 1 ਮਹੀਨੇ ਤੋਂ ਛੋਟੀ ਉਮਰ ਦੇ ਹੁੰਦੇ ਉਹ ਹੁੰਦੇ ਨਿਓਨੇਟਸ। ਅਤੇ ਜਿਵੇਂ ਬੱਚਾ ਪੈਦਾ ਹੋਇਆ, ਜੇ ਮੰਨ ਲਓ ਪ੍ਰੀਮੈਚੁਰ ਪੈਦਾ ਹੋ ਗਿਆ ਬੱਚਾ, ਜਿਵੇਂ ਟਾਈਮ ਤੋਂ ਪਹਿਲਾਂ ਪੈਦਾ ਹੋ ਗਿਆ, ਉਸ ਤੋਂ ਬਾਅਦ ਬੱਚੇ ਦਾ ਵਜ਼ਨ ਘੱਟ ਹੈ, ਕਈ ਬੱਚੇ 1 ਕਿਲੋ ਦੇ ਵੀ ਪੈਦਾ ਹੁੰਦੇ ਨੇ, ਕੋਈ ਪੌਣੇ ਕਿਲੋ ਦਾ, ਜਿਵੇਂ 750 ਗ੍ਰਾਮ ਦੇ ਪੈਦਾ ਹੋ ਜਾਂਦੇ ਨੇ, ਟਾਈਮ ਤੋਂ ਪਹਿਲਾਂ ਪੈਦਾ ਹੋ ਗਏ। ਉਹਨਾਂ ਨੂੰ ਕਿਸੇ ਨੂੰ ਸਾਹ ਲੈਣ 'ਚ ਦਿੱਕਤ ਹੈ ਬੱਚੇ ਨੂੰ, ਜਾਂ ਕਿਸੇ ਬੱਚੇ ਨੂੰ ਜ਼ਿਆਦਾ ਪੀਲੀਆ ਹੋ ਗਿਆ, ਉਹਨੂੰ ਮਸ਼ੀਨ 'ਚ ਰੱਖਣ ਦੀ ਲੋੜ ਹੈ, ਵੈਂਟੀਲੇਟਰ ਦੀ ਲੋੜ ਹੈ, ਅਤੇ ਉਹ ਸਾਡੀ ਫੈਸਿਲਿਟੀ ਸਾਡੇ ਕੋਲ ਸਾਰੀ ਅਵੇਲੇਬਲ ਹੈ। ਅੱਜ ਹੁਸ਼ਿਆਰਪੁਰ ਦੇ ਅੰਦਰ ਜਿਹੜਾ ਕ੍ਰਿਟੀਕਲ ਕੇਅਰ ਦਾ ਕੰਮ ਹੈ ਉਹ ਕਾਫੀ ਹੱਦ ਤੱਕ ਸਾਡੇ ਹਸਪਤਾਲ ਹੀ ਚੱਲ ਰਿਹਾ। ਅਤੇ ਜਿਵੇਂ ਸਾਡੇ ਗਾਇਨੀ ਡਿਪਾਰਟਮੈਂਟ ਦੇ ਅੰਦਰ ਨਾਲ ਸਾਡਾ ਕਾਫੀ ਕਲੋਜ਼ ਨਾਤਾ ਹੁੰਦਾ, ਅਤੇ ਜਿਹੜੇ ਵੀ ਕੰਪਲੀਕੇਟਡ ਡਿਲੀਵਰੀਜ਼ ਹੁੰਦੀਆਂ ਉਹ ਅਸੀਂ ਸਾਰੀ ਹੈਂਡਲ ਕਰੀਦੀਆਂ। ਅਤੇ ਦੂਜਾ ਹੋ ਗਿਆ ਡਿਪਾਰਟਮੈਂਟ ਪੀਡੀਆਟ੍ਰਿਕਸ ਦਾ, ਜਿਵੇਂ ਬੱਚਿਆਂ ਦਾ ਜਿਹੜੇ 18 ਸਾਲ ਤੱਕ ਦੀ ਉਮਰ ਦੇ ਬੱਚੇ ਹੋਏ, 1 ਮਹੀਨੇ ਤੋਂ ਲੈ ਕੇ 18 ਸਾਲ ਤੱਕ ਦੇ, ਅਤੇ ਉਹਨਾਂ ਦੀ ਸਾਰੀਆਂ ਬਿਮਾਰੀਆਂ, ਕਿਸੇ ਨੂੰ ਦੌਰੇ ਪੈਂਦੇ ਨੇ, ਜਾਂ ਕਿਸੇ ਨੂੰ ਅਸਥਮਾ ਦੀ ਦਿੱਕਤ ਹੈ, ਸਾਹ ਲੈਣ ਦੀ ਦਿੱਕਤ ਹੈ, ਕਿਸੇ ਨੂੰ ਤੇਜ਼ ਬੁਖਾਰ ਹੈ, ਜਾਂ ਹਰ ਤਰੀਕੇ ਦੇ ਵੈਕਸੀਨੇਸ਼ਨ ਹੋਏ, ਉਹਨਾਂ ਸਾਰਿਆਂ ਦਾ ਇਲਾਜ ਅਸੀਂ ਕਰਦੇ ਹਾਂ ਇੱਥੇ। ਡਾਕਟਰ, ਵੈਕਸੀਨੇਸ਼ਨ ਦੀ ਗੱਲ ਆਪਾਂ ਕਰੀਏ ਤਾਂ ਜਿਸ ਤਰੀਕੇ ਨਾਲ ਸਰਵਾਈਕਲ ਕੈਂਸਰ ਦੇ ਲਈ ਤੁਸੀਂ ਲੜਕੀਆਂ ਨੂੰ ਜਿਹੜੀਆਂ ਹੈਗੀਆਂ ਉਹ ਇੱਥੇ ਸਾਰਾ ਅਵੇਲੇਬਲ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਰਵਾਈਕਲ ਕੈਂਸਰ ਦਾ ਵੈਕਸੀਨ 9 ਸਾਲ ਤੋਂ ਉੱਪਰ ਦੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਦਿੱਤਾ ਜਾਂਦਾ, ਅਤੇ ਉਹਦੇ ਅੰਦਰ 2 ਡੋਜ਼ ਹੁੰਦੀਆਂ। 9 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦੇ ਬੱਚਿਆਂ 'ਚ ਲਗਾਈਆਂ ਤਾਂ 2 ਡੋਜ਼ ਹੁੰਦੀ ਹੈ, ਅਤੇ ਉਹ ਸਰਵਾਈਕਲ ਕੈਂਸਰ ਤੋਂ ਬਚਾਉਣ 'ਚ ਕਾਫੀ ਜ਼ਿਆਦਾ ਮਦਦ ਕਰਦੀਆਂ ਸਾਨੂੰ। ਇਹ ਅਪੀਲ ਹੈ ਜਨਤਾ ਨੂੰ ਕਿ ਹਰ ਬੱਚੀ ਨੂੰ ਜਿਹੜੀ 9 ਸਾਲ ਤੋਂ ਉੱਪਰ ਹੋ ਚੁੱਕੀ ਹੈ ਉਹਨੂੰ ਜ਼ਰੂਰ ਟੀਕਾ ਲਵਾਉਣਾ ਚਾਹੀਦਾ ਹੈ। ਸਾਡੇ ਕੋਲ ਇਹ ਅਵੇਲੇਬਲ ਹੈ ਇੰਜੈਕਸ਼ਨ। ਥੈਂਕ ਯੂ ਡਾਕਟਰ ਸਾਹਿਬ।
दर्शकों, पंजाब प्लस चैनल पे आपका स्वागत है। आज हम आए हैं आईवी हॉस्पिटल होशियारपुर और बात कर रहे हैं न्यूरो सर्जन डॉक्टर मोहम्मद शोएब जी के साथ। डॉक्टर साहब, स्वागत है आपका हमारे स्पेशल शो में। थैंक यू सो मच। डॉक्टर साहब, क्या कहना चाहेंगे कि वो चीज़ें जो किसी समय पर अगर हम ब्रेन के ट्यूमर्स की बात कर लें, ब्रेन हेमरेज की बात कर लें, पैरालाइज के अटैक्स की बात कर लें, तो डेथ्स रेट्स और पैरालाइज रेट बहुत ज़्यादा था, जो अब डॉक्टर्स ने नई नई टेक्निक्स के साथ इसको बहुत ज़्यादा कम कर दिया है। और आईवी हॉस्पिटल एक वरदान है हिमाचल वाले लोगों के लिए और पंजाब वाले लोगों के लिए। होशियारपुर वाला जो एरिया है उसके लिए क्या कहना चाहेंगे कि इस हॉस्पिटल में हर तरह की फैसिलिटीज़ अवेलेबल है न्यूरो सर्जरी के लिए और उन पेशेंट्स के लिए जो ट्रोमा के साथ आते हैं, जो बहुत ही ज़्यादा प्रेशर सिचुएशन में होते हैं, तो ये हॉस्पिटल सेवा का केंद्र बन के सेवा कर रहा है। पहले तो धन्यवाद कि आपने अपॉर्चुनिटी दी आपके चैनल पे अवेयरनेस लाने के लिए लोगों के बीच में। न्यूरो सर्जरी पर से जब आप बात कर रहे हैं ब्रेन ट्यूमर, ब्रेन हेमरेज वगैरह की, तो 10 साल पहले इसका आउटलुक बहुत अलग था कंपेयर्ड टू आज की बात अगर करें तो। पहले इन्वेस्टिगेशंस नहीं थे, रेडियोलॉजी नहीं थी, MRI CT स्कैन्स नहीं होते थे, पर फॉर्चुनेटली अभी मेडिकल एडवांसमेंट्स इतने अच्छे हैं कि रेडियोलॉजी ऑलमोस्ट अच्छी टर्शरी केयर सेंटर्स में अवेलेबल है, जो कि आईवी हॉस्पिटल होशियारपुर में तो MRI और CT स्कैन दोनों की अवेलेबिलिटी है। तो इससे हम तुरंत ही पता कर सकते हैं कि ये अगर फॉर एग्जांपल ट्रॉमा है, एक्सीडेंट है, तो उसको कितनी चोट लगी है, ब्लीडिंग कितनी है, फ्रैक्चर्स हैं, और उसकी ओवरऑल प्रोग्नोसिस मतलब आउटलुक क्या रहेगा कि कितना इमरजेंसी है, उस हिसाब से हम लोग प्लान करते हैं। और अगर इमीडिएट ऑपरेशन करना है तो वो आईवी हॉस्पिटल होशियारपुर में किया जा रहा है ऑन रेगुलर बेसिस में। जब आप बात करते हैं ब्रेन ट्यूमर्स की, ब्रेन ट्यूमर्स बहुत तरीके के रहते हैं, थोड़े बिनाइन रहते हैं, थोड़े मैलिग्नेंट रहते हैं। बिनाइन ट्यूमर का मतलब ये है कि अगर वो ट्यूमर निकाला जाए तो वो वापस से नहीं आएगा। वही अगर मैलिग्नेंट ट्यूमर है तो वो भी उसके ग्रेड के हिसाब से, आप लोगों ने सुना होगा किसी ने कोई बोलते हुए कि हाई ग्रेड ट्यूमर है। हाई ग्रेड ट्यूमर का मतलब ब्रेन में पर से के उसका आउटलुक ख़राब है इन स्पाइट ऑफ ट्रीटमेंट, रेडिएशन, कीमोथेरेपी वगैरह, पर हाँ एटलीस्ट एक ज़रिया है कि एटलीस्ट थोड़े टाइम के लिए उनका लाइफ स्पैन एक्सटेंड किया जा सकता है। पर बिनाइन ट्यूमर्स को नो डाउट ऑपरेटिव प्रोसीजर्स आर गुड, जो कि वो वापस नहीं आते, उनका रेगुलर चेकअप करना होता है रेडियोलॉजी के दौरान। तो ओवरऑल आउटलुक इज़ गुड। जैसा क्या कहना चाहेंगे कि टाइम इज मसल, और वो समय जब आपको कोई भी अटैक आ रहा है और उसके बीच का समय, उसमें हमें टाइम वेस्ट नहीं करना चाहिए। हमें उसमें अफीम या कोई और ऐसी चीज़ें या टोटकों में नहीं पड़ना चाहिए कि फलाना वो टीका लगाता है, वहाँ जाना है। वो समय जब अब हम लोग एक बार ब्रेन के सेल टूटने शुरू हो जाते हैं तो फिर वो उनको हम दोबारा से रिकॉल नहीं कर सकते, और वो समय जो है वो प्रीशियस होता है। और उस समय में आपको किसी स्पेशलाइज्ड इंस्टीट्यूशन में जाएँ तो जॉब बहुत ज़्यादा बढ़िया, नहीं तो किसी और न्यूरोसर्जन के पास। आपने बहुत सही बताया कि जो टाइम है वो बहुत इम्पॉर्टेंट है, स्पेशली न्यूरोलॉजी, न्यूरोसर्जरी में, क्योंकि फॉर एग्जांपल परसों भी मेरा एक टॉक था स्ट्रोक के बारे में, तो मैं वहाँ पे वही बता रहा था कि टाइम इज़ लाइफ सेव्ड। हमारे पास 4 घंटे का गोल्डन आवर होता है स्ट्रोक पेशेंट्स में। जब आप देखें कि फेस में वीकनेस आ रहा है, आर्म या लेग्स में वीकनेस आ रहा है, बोलने में प्रॉब्लम हो रही है, स्लरिंग ऑफ स्पीच हो रही है, तो आप तुरंत एक ऐसी जगह पहुँचें जहाँ पे टर्शरी केयर सेंटर हो, सारी अवेलेबिलिटीज़ हों, MRI CT स्कैन और न्यूरोलॉजी, न्यूरो सर्जन की, क्योंकि वो टाइम फ्रेम में हम अगर क्लॉट फॉर्मेशन है और अगर हम दवाई के द्वारा उसको बस्ट कर पाएँ तो दैट इज़ लाइफ सेव्ड। अगर वो टाइम फ्रेम निकल गया 4-4.5 घंटे का, देन ऑब्वियसली इट इज़ डिफ़िकल्ट, डिपेंडिंग अपॉन कि कितना बड़ा स्ट्रोक है, कितना बड़ा आर्टरी ब्लॉकेज है। तो डेफिनेटली लाइक यू सेड के टाइम इज़ वेरी इंपॉर्टेंट। जैसा क्या कहना चाहेंगे कि न्यूरो के पेशेंट जो कि एज्ड होते हैं, और ये हॉस्पिटल जिसमें आपको हार्ट की
आपको आर्थो की, आपको हर तरह की फैसिलिटी राउंड द क्लॉक एनेस्थीसिया वाले यहाँ पर हैं, हर तरह की मशीनरी यहाँ अवेलेबल है और यहाँ पर आपको टाइम नहीं लगेगा आपको आते हुए। ये नहीं है कि पहले आप टेस्ट करा कराओ, क्योंकि बीच में ही विद इन कैंपस हर चीज़ अवेलेबल है और न्यूरो वाले पेशेंट के लिए ये चीज़ें बहुत ज़्यादा मैटर करती। आपने एक चीज़ इसमें बताई थी, स्पेशली एल्डरली पेशेंट्स में, ये आपने जो पूछा बहुत ही वैलिड सवाल है, क्योंकि स्पेशली एल्डरली एज ग्रुप्स में एक चीज़ नहीं रहती है, उनको बहुत सारी दिक्कतें रहती है। किसी को हार्ट का भी प्रॉब्लम है, गैस्ट्रो प्रॉब्लम है, उसके ऊपर से जब न्यूरो का प्रॉब्लम ऐड ऑन होता है तो ये चीज़ें किसी सेंटर में जहाँ पे मल्टी मोडालिटी मल्टी स्पेशलिटी अप्रोच हो वहीं पे पॉसिबल रहती है। नहीं तो क्या होता है, आप एक बार जाते हैं फिर वो बोलेंगे कि नहीं हार्ट के यहाँ पे नहीं है, फिर दूसरी जगह पे जाओगे। तो इन सब चीज़ों में आई फील कि कहीं ना कहीं टाइम वेस्ट होता है और पेशेंट को नुकसान है। तो इस हिसाब में आईवी हॉस्पिटल होशियारपुर में डेफिनेटली सारी स्पेशलिटीज़ अवेलेबल हैं जो कि लाइफ सेविंग हैं और स्पेशली एल्डरली एज ग्रुप्स आप जैसे देख सकते हैं कि ऑन अ वेरी रेगुलर बेसिस बहुत सारे पेशेंट्स का ट्रस्ट रहता है कि यहाँ पे ट्रीटमेंट अच्छा हो और हम पूरी कोशिश करते हैं कि वो ट्रस्ट को बनाए रखें। बस आपका हमें समझ देने के लिए बहुत बहुत धन्यवाद। और हम चाहेंगे कि इस चैनल के माध्यम से जैसे आप जैसे डॉक्टर्स जो कि अवेयर करते हैं लोगों को और जिस तरीके से आप लोग सेवा कर रहे हैं और न्यूरोलॉजी डिपार्टमेंट जो है दिन ब दिन और नई नई राहें पकड़ रही है और आप उन राहों में आईवी के साथ चलकर बहुत आगे पहुंच रहे हैं। आपका हमें समझ देने के लिए बहुत बहुत धन्यवाद। थैंक यू सो मच। थैंक यू। ਦਰਸ਼ਕੋ ਪੰਜਾਬ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਵੇਂ ਆਏ ਆਈਵੀ ਹਸਪੀਟਲ ਔਰ ਗੱਲ ਕਰ ਰਹੇ ਡਾਕਟਰ ਮੋਨਕਾ ਸਿੰਘ ਜੀ ਦੇ ਨਾਲ, ਜਿਹੜੇ ਕਿ ਪਲਮਰੀ ਦੇ ਡਾਕਟਰ ਨੇ। ਪਲਮਰੀ ਦੇ ਵਿੱਚ ਡਿਪਾਰਟਮੈਂਟ 'ਚ ਹਰ ਚੀਜ਼ ਆ ਜਾਂਦੀ ਹੈਗੀ। ਆਪਾਂ ਛਾਤੀ ਦੀ ਗੱਲ ਕਰ ਲਈਏ, ਆਪਾਂ ਨਮੂਨੀਏ ਦੀ ਗੱਲ ਕਰ ਲਈਏ, ਆਪਾਂ ਅਲਰਜਿਕ ਬ੍ਰੌਂਕਾਈਟਿਸ ਦੀ ਗੱਲ ਕਰ ਲਈਏ, ਆਪਾਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਛਾਤੀ ਦੇ ਨਾਲ ਜੁੜੀਆਂ ਹੋਈਆਂ, ਫੇਫੜਿਆਂ ਦੇ ਨਾਲ ਜੁੜੀਆਂ, ਉਹ ਸਾਰਿਆਂ ਦਾ ਇਲਾਜ ਇੱਥੇ ਕਰਦੇ ਨੇ। ਡਾਕਟਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਸਤਿ ਸ਼੍ਰੀ ਅਕਾਲ। ਦੱਸੋ ਕੀ ਕਹਿਣਾ ਚਾਹੋਗੇ ਕਿ ਮਲਟੀ ਸਪੈਸ਼ਲਿਟੀ ਹਸਪੀਟਲ ਆਈਵੀ ਹਸਪੀਟਲ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ, ਕੀ ਕਹਿਣਾ ਚਾਹੋਗੇ ਕਿ ਪਲਮਨਰੀ ਦੇ ਲਈ ਇਹ ਹਸਪੀਟਲ ਇੱਕ ਵਰਦਾਨ ਹੈ, ਚਾਹੇ ਹਿਮਾਚਲ ਦੇ ਲੋਕਾਂ ਲਈ ਕਹੀਏ, ਕਿਉਂਕਿ ਪੂਰਾ ਹਿਮਾਚਲ ਇੱਥੋਂ ਜਿਹੜਾ ਹੈਗਾ ਸੇਵਾਵਾਂ ਲੈਂਦਾ ਹੈਗਾ, ਔਰ ਉਹਦੇ ਨਾਲ ਨਾਲ ਅਗਰ ਆਪਾਂ ਪੰਜਾਬ ਦੀ ਗੱਲ ਕਰ ਲਈਏ, ਹੁਸ਼ਿਆਰਪੁਰ, ਟਾਂਡਾ, ਸਾਰੇ ਇਲਾਕੇ ਜਿਹੜੇ ਹੈਗੇ ਆ ਇੱਥੇ ਸੇਵਾ ਲੈ ਰਹੇ ਨੇ। ਬਿਲਕੁਲ ਜੀ, ਬਿਲਕੁਲ। ਜੋ ਵੀ ਆਪਣਾ ਚੈਸਟ ਦਾ ਇੱਥੇ ਪੇਸ਼ੈਂਟ ਹੈਗਾ ਆ, ਸਾਡੇ ਕੋਲ ਸਾਰੀਆਂ ਸੁਵਿਧਾਵਾਂ ਅਵੇਲੇਬਲ ਨੇ। ਜਿਹਦਾ ਆਪਾਂ ਐਗਜ਼ਾਮਪਲ ਦਈਏ ਤਾਂ ਐਸਥਮਾ ਦਾ ਪੇਸ਼ੈਂਟ ਹੈ, ਬ੍ਰੌਂਕੀਅਲ ਐਸਥਮਾ ਜਿਹਨੂੰ ਆਪਾਂ ਕਹਿੰਦੇ ਹਾਂ, COPD ਦਾ ਪੇਸ਼ੈਂਟ ਹੈ, ਕਾਲਾ ਦਮਾ ਹੁੰਦਾ ਹੈ, ILD ਦਾ ਪੇਸ਼ੈਂਟ ਜਿਹਦੇ ਵਿੱਚ ਫੇਫੜੇ ਸੁੰਗੜਨੇ ਸ਼ੁਰੂ ਹੋ ਜਾਂਦੇ ਨੇ, TB, ਨਿਮੋਨੀਆ, ਫੇਫੜਿਆਂ ਦੇ ਵਿੱਚ ਈਵਨ ਪਾਣੀ ਭਰ ਜਾਂਦਾ ਹੈ ਜਾਂ ਪਸ ਹੋ ਜਾਂਦੀ ਹੈ ਜਾਂ ਫੇਫੜਾ ਫਟ ਜਾਂਦਾ ਹੈ, ਉਹਦੇ ਵਿੱਚ ICD ਇੰਸਰਸ਼ਨ ਜਿੱਦਾਂ ਆਪਾਂ ਟਿਊਬ ਪਾਉਣ ਦਾ ਜਿਹੜਾ ਕੰਮ ਕਰਦੇ ਹਾਂ ਉਹ ਵੀ ਸਾਡੇ ਕੋਲ ਅਵੇਲੇਬਲ ਹੈ। ਰੀਸੈਂਟਲੀ ਅਸੀਂ ਜਿੱਦਾਂ ਹੁਣ ਬ੍ਰੌਂਕੋਸਕੋਪੀ ਅਤੇ ਮੈਡੀਕਲ ਥੋਰੈਕੋਸਕੋਪੀ ਦੀ ਵੀ ਸੇਵਾ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਹੈ ਨਾ। ਅਤੇ ਬ੍ਰੌਂਕੋਸਕੋਪੀ ਦੀ ਜਿਹੜੀ ਸੇਵਾ ਹੈਗੀ ਆ ਉਹ ਲੋੜ ਕਦੋਂ ਪੈਂਦੀ ਹੈ ਬ੍ਰੌਂਕੋਸਕੋਪੀ ਦੀ? ਬੇਸਿਕਲੀ ਜਦੋਂ ਕੋਈ ਸਾਹ ਦੇ ਵਿੱਚ, ਛਾਤੀ ਦੇ ਵਿੱਚ ਕੋਈ ਆਪਣਾ ਗਠਾਂ ਹੋ ਜਾਂਦੀਆਂ ਨੇ, ਕੋਈ ਆਪਣਾ ਨਿਮੋਨੀਆ ਹੈ ਜਿਹੜਾ ਠੀਕ ਨਹੀਂ ਹੋ ਰਿਹਾ ਹੈ, ਜਾਂ TB ਦਾ ਪੇਸ਼ੈਂਟ ਹੈ ਜਿਹੜਾ ਆਪਾਂ ਇਨਵੈਸਟੀਗੇਸ਼ਨਸ ਕਰਦੇ ਹਾਂ ਉਹਦੇ ਸੈਂਪਲ ਨਹੀਂ ਆ ਰਿਹਾ ਹੈ, ਇਹੋ ਜਿਹੇ ਪੇਸ਼ੈਂਟਸ ਨੂੰ ਬ੍ਰੌਂਕੋਸਕੋਪੀ ਦੇ ਨਾਲ ਬਹੁਤ ਮਦਦ ਮਿਲਦੀ ਹੈ। ਤਾਂ ਜੋ ਵੀ ਪੇਸ਼ੈਂਟ ਆਪਣੇ ਆਲੇ ਦੁਆਲੇ ਦੇ ਨੇ, ਬ੍ਰੌਂਕੋਸਕੋਪੀ ਦੀ ਸੇਵਾ ਇੱਥੇ ਕਿਸੇ ਕੋਲ ਵੀ ਅਵੇਲੇਬਲ ਨਹੀਂ ਹੈ, ਤਾਂ ਨੈਚੁਰਲੀ ਇਟ ਇਜ਼ ਵੈਰੀ ਗੁੱਡ ਫॉर ਆਲ ਦ ਪੇਸ਼ੈਂਟਸ, ਹੈ ਨਾ। ਦੱਸੋ ਕੀ ਕਹਿਣਾ ਚਾਹੋਗੇ ਕਿ ਜਿਹੜੇ ਅਲਰਜਿਕ ਬ੍ਰੌਂਕਾਈਟਿਸ ਵਾਲੇ ਲੋਕ ਨੇ, ਜਦੋਂ ਤੁਸੀਂ ਪਫ ਦੇ ਉੱਤੇ ਉਹਨਾਂ ਨੂੰ ਕਹਿੰਦੇ ਆ ਤਾਂ ਉਹ ਥੋੜ੍ਹਾ ਜਿਹਾ ਵਹਿਮ ਜਿਹਾ ਕਰਦੇ, ਉਹਨਾਂ ਦੇ ਮਨ 'ਚ ਜਾਂਦਾ ਵੀ ਪਤਾ ਨਹੀਂ ਹਾਏ ਸਾਡੇ ਮੁੰਡੇ ਨੂੰ ਪਫ ਲੱਗ ਜੂ। ਕੀ ਕਹਿਣਾ ਚਾਹੋਗੇ ਕਿ ਬੜਾ ਸੇਫ ਪ੍ਰੋਸੀਜਰ ਹੈਗਾ ਔਰ ਪਫ ਤੋਂ ਤੁਸੀਂ ਡਰਨਾ ਨਹੀਂ, ਕਿ ਬਲਕਿ ਪਫ ਨੂੰ ਤਾਂ ਬਿਲਕੁਲ ਸੇਫ ਸਮਝ ਕੇ ਅਗਰ ਤੁਸੀਂ ਪਫ ਯੂਜ਼ ਕਰੋਗੇ ਤਾਂ ਤੁਹਾਡੇ ਲਈ ਇੱਕ ਵਰਦਾਨ ਹੀ। ਬਿਲਕੁਲ। ਪੇਸ਼ੈਂਟਸ ਦੇ ਵਿੱਚ ਮੈਂ ਕਹਿੰਦੀ ਹਾਂ ਆਪਣੇ ਏਰੀਆ ਦੇ ਵਿੱਚ ਤਾਂ ਬਹੁਤ ਇੱਕ ਕਾਮਨ ਚੀਜ਼ ਹੋ ਗਈ ਹੈ ਕਿ ਵੀ ਬਹੁਤ ਫੀਲ ਕਰਦੇ ਨੇ ਵੀ ਸਾਨੂੰ ਪੰਪ ਨਾ ਲਗਾਓ, ਸਾਨੂੰ ਕੁਝ ਵੀ ਦੇ ਦਿਓ, ਸਾਨੂੰ ਗੋਲੀਆਂ ਦੇ ਦਿਓ। ਮੈਂ ਬਿਲਕੁਲ ਇਸ ਚੀਜ਼ ਦੇ ਉੱਤੇ ਬਹੁਤ ਐਮਫਸਾਈਜ਼ ਕਰਨਾ ਚਾਹੂੰਗੀ ਕਿ ਪੰਪ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਸੇਫ ਹੈ। ਦੇਖੋ ਸਭ ਤੋਂ ਵੱਡਾ ਐਡਵਾਂਟੇਜ ਤਾਂ ਇਹ ਹੈ ਕਿ ਵੀ ਜਿਹੜੀ ਡੋਜ਼ ਹੈਗੀ ਹੈ ਉਹ ਬਹੁਤ ਹੀ ਲੋ ਹੁੰਦੀ ਹੈ। ਦੂਜਾ, ਉਹ ਡਾਇਰੈਕਟਲੀ ਸਾਡੇ ਫੇਫੜਿਆਂ ਦੇ ਵਿੱਚ ਜਾਣੀ ਹੈ, ਸਾਡੇ ਸਰੀਰ ਦੇ ਉੱਤੇ ਉਹਦਾ ਕੋਈ ਨੁਕਸਾਨ ਨਹੀਂ ਹੈ। ਐਂਡ ਥਰਡ ਚੀਜ਼ ਇਹ ਹੈ ਕਿ ਵੀ ਟਰੀਟਮੈਂਟ ਹੀ ਦੇਖੋ ਉਹ ਹੈ ਨਾ। ਪੇਸ਼ੈਂਟ ਜਿਹੜਾ ਸਾਡਾ ਹੈਗਾ ਉਹਨੂੰ ਟਰੀਟਮੈਂਟ ਦੀ ਜੇ ਲੋੜ ਹੈਗੀ ਹੈ ਤਾਂ ਪੰਪ ਉਹਨੂੰ ਲੈਣੇ ਹੀ ਪੈਣੇ ਹੈ।
ਇਹਦੇ ਵਿੱਚ ਪੇਸ਼ੈਂਟ ਕਈ ਵਾਰੀ ਦਮੇ ਦਾ ਜਿਹੜਾ ਪੇਸ਼ੈਂਟ ਹੁੰਦਾ ਉਹ ਫੀਲ ਕਰਦਾ ਕਿ ਮੈਨੂੰ ਤਾਂ ਜਦੋਂ ਦੇਖੋ ਮੌਸਮ ਬਦਲਿਆ ਤਾਂ ਦਿੱਕਤ ਆਈ, ਮੈਂ ਵਿੱਚ ਠੀਕ ਸੀਗਾ, ਹੈ ਨਾ। ਤਾਂ ਆਪਾਂ ਨੂੰ ਥੋੜ੍ਹਾ ਸਮਝਣਾ ਪੈਣਾ ਹੈ ਕਿ ਜਿਹੜੀ ਬਿਮਾਰੀ ਹੈ, ਦਮੇ ਦੀ ਬਿਮਾਰੀ ਹੈ, ਉਹ ਐਵੇਂ ਹੀ ਹੋਏਗੀ। ਪੇਸ਼ੈਂਟ ਨੂੰ ਮੰਨ ਲਓ ਕਿ ਠੰਡੇ ਮੌਸਮ ਤੋਂ ਦਿੱਕਤ ਹੈ, ਤਾਂ ਉਹਨੂੰ ਠੰਡੇ ਮੌਸਮ ਨਾਲ ਹੀ ਦਿੱਕਤ ਹੈ, ਉਹਨੂੰ ਗਰਮੀਆਂ ਦੇ ਵਿੱਚ ਠੀਕ ਲੱਗੇਗਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਪ ਨਹੀਂ ਲੈਣੇ ਹੈਗੇ, ਔਰ ਮੈਂ ਕਹੂੰਗੀ ਕਿ ਬਿਲਕੁਲ ਸੇਫ ਨੇ ਔਰ ਲੈਣੇ ਬਹੁਤ ਜ਼ਰੂਰੀ ਨੇ। ਦੱਸੋ ਅਲਰਜੀ ਜਿਹਦੇ ਲਈ ਕਿ ਆਪਾਂ ਬਾਹਰ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਉਹਦੇ ਪੈਕਸਿਸ ਔਰ ਅਲਰਜੀ ਦੇ ਨਾਮ ਦੇ ਉੱਤੇ, ਔਰ ਸਾਡੇ ਡਾਕਟਰ ਮੋਨਿਕਾ ਜੀ ਜਿਨ੍ਹਾਂ ਕੋਲੇ ਬੰਦਾ ਆ ਜਾਵੇ ਤਾਂ ਅਲਰਜੀ ਤਾਂ ਉਹ ਹੰਡਰਡਸ ਆਫ ਪੇਸ਼ੈਂਟ ਜਿਹੜੇ ਹੈਗੇ ਅਲਰਜੀ ਦੇ ਬਿਲਕੁਲ ਸਿੰਪਲਿਸਿਟੀ ਨਾਲ ਠੀਕ ਕੀਤੇ ਨੇ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦਾ ਮਾਈਂਡ ਸੈਟਅਪ, ਉਹਨਾਂ ਨੂੰ ਕਾਉਂਸਲ ਕਰਨ ਦਾ ਟਾਈਮ ਬਹੁਤ ਜ਼ਿਆਦਾ ਲੈਂਦੇ ਹੋ, ਜਿਹਦੇ ਨਾਲ ਤੁਹਾਨੂੰ ਉਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਹਸਪੀਟਲ ਇੱਕ ਵਰਦਾਨ ਬਣਿਆ ਅਲਰਜੀ ਦੇ ਪੇਸ਼ੈਂਟਸ ਦਾ। ਜੀ ਬਿਲਕੁਲ, ਜੋ ਵੀ ਸਾਡੇ ਪੇਸ਼ੈਂਟ ਹੈ, ਐਲਰਜੀ ਪੈਨਲ ਤਾਂ ਚਲੋ ਹੈ ਹੀ ਹੈ, ਪਰ ਉਸ ਤੋਂ ਵੀ ਪਹਿਲਾਂ ਮੈਂ ਕਹਿੰਦੀ ਹਾਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਜਦੋਂ ਆਪਾਂ ਪੰਪ ਦਿੰਦੇ ਹਾਂ ਤਾਂ ਪੰਪ ਦੀ ਜਿਹੜੀ ਟੈਕਨੀਕ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ। ਬਹੁਤ ਸਾਰੇ ਪੇਸ਼ੈਂਟ ਹੈ ਜਿਹੜੇ ਕਹਿੰਦੇ ਵੀ ਚਲੋ ਆਪਾਂ ਪੰਪ ਲੈ ਹੀ ਲਿਆ, ਹੈ ਨਾ, ਪਰ ਉਹ ਕੀ ਹੈ ਕਿ ਵੀ ਸਹੀ ਤਰੀਕੇ ਨਾਲ ਨਹੀਂ ਲੈ ਰਹੇ। ਅਤੇ ਆਪਾਂ ਮੇਕ ਸ਼ੋਰ ਕਰਦੇ ਹਾਂ ਜਦੋਂ ਵੀ ਪੇਸ਼ੈਂਟ ਆਵੇ, ਆਪਾਂ ਹਮੇਸ਼ਾ ਦੱਸਦੇ ਹਾਂ ਕਿ ਤੁਸੀਂ ਆਪਣਾ ਪੰਪ ਅਤੇ ਦਵਾਈ ਨਾਲ ਲੈ ਕੇ ਆਉਣੀ ਹੈ। ਔਨ ਰੂਟੀਨ ਜਦੋਂ ਫੋਲੋਅਪ ਦੇ ਵਿੱਚ ਪੇਸ਼ੈਂਟ ਆਉਂਦਾ, ਆਪਾਂ ਹਰ ਵਾਰੀ ਟੈਕਨੀਕ ਜ਼ਰੂਰ ਚੈੱਕ ਕਰਦੇ ਹਾਂ। ਇਹਦੇ ਨਾਲ ਕੀ ਹੈ ਕਿ ਸ਼ੋਰ ਹੋ ਜਾਂਦਾ ਕਿ ਠੀਕ ਹੈ, ਜਦੋਂ ਪੇਸ਼ੈਂਟ ਸਹੀ ਤਰੀਕੇ ਨਾਲ ਲੈ ਰਿਹਾ ਟ੍ਰੀਟਮੈਂਟ ਤਾਂ ਸ਼ੋਰਟ ਹੈ ਕਿ ਪੇਸ਼ੈਂਟ ਸਾਡਾ ਜਿਹੜਾ ਹੈ ਅਸਥਮਾ ਦਾ ਉਹ ਲਗਭਗ ਠੀਕ ਹੋਣਾ ਚਾਹੀਦਾ ਹੈ। ਜੋ ਪੈਨਲ ਹੈ ਉਹ ਬਹੁਤ ਬਾਅਦ ਵਿੱਚ ਆਉਂਦਾ ਹੈ, ਬਹੁਤ ਘੱਟ ਪੇਸ਼ੈਂਟਸ ਨੂੰ ਲੋੜ ਪੈਂਦੀ ਹੈ। ਹਰ ਪੇਸ਼ੈਂਟ ਜੋ ਹੈ ਉਹਨੂੰ ਪੈਨਲ ਦੀ ਲੋੜ ਨਹੀਂ ਪੈਂਦੀ ਹੈਗੀ, ਹੈ ਨਾ। ਅਤੇ ਆਪਣਾ ਇਨਹੇਲਰਸ ਜਿਹੜੇ ਹੈਗੇ ਉਹਨਾਂ ਦੇ ਨਾਲ ਵੀ ਪੇਸ਼ੈਂਟ ਜੋ ਹੈ ਬਹੁਤ ਬੈਟਰ ਹੁੰਦੇ ਆ। ਤਾਂ ਅੱਜ ਕੱਲ੍ਹ ਸੀਜ਼ਨ ਚੇਂਜ ਹੈਗਾ ਔਰ ਠੰਡੇ ਪਾਣੀ ਤੋਂ ਬਿਨਾਂ ਮਜ਼ਾ ਜਿਹਾ ਆਉਂਦਾ ਨੀਗਾ। ਕੀ ਕਹਿਣਾ ਚਾਹੋਗੇ ਕਿ ਬੀਇੰਗ ਚੈਸਟ ਡਾਕਟਰ, ਬੀਇੰਗ ਪਲਮਨਰੀ ਡਾਕਟਰ, ਕੀ ਕਹਿਣਾ ਚਾਹੋਗੇ ਕਿ ਕਿਵੇਂ ਅਸੀਂ ਉਹਨੂੰ ਮੇਨਟੇਨ ਕਰੀਏ ਚੀਜ਼ਾਂ ਨੂੰ? ਬਹੁਤ ਜ਼ਿਆਦਾ ਠੰਡਾ ਪਾਣੀ ਵੀ ਨਾ ਲਓ, ਗੁਨਗੁਨਾ ਪਾਣੀ ਲੈ ਲਓ, ਹੈ ਨਾ, ਅਗਰ ਦਿੱਕਤ ਲੱਗਦੀ ਹੈ। ਦੇਖੋ ਜੋ ਟ੍ਰਿਗਰਸ ਤੁਹਾਡੀ ਬਾਡੀ ਦੇ ਹੈਗੇ ਆ ਨਾ ਉਹਨੂੰ ਤੁਹਾਨੂੰ ਸਮਝ ਕੇ ਹੀ ਚੱਲਣਾ ਪੈਣਾ ਹੈ। ਅਗਰ ਤੁਹਾਨੂੰ ਕਿਸੇ ਵੀ ਠੰਡੇ ਪਾਣੀ ਪੀਣ ਦੇ ਨਾਲ ਕੋਈ ਦਿੱਕਤ ਆ ਰਹੀ ਹੈ, ਤੁਹਾਨੂੰ ਕੋਈ ਠੰਡਾ ਖਾਣਾ ਖਾਣ ਨਾਲ ਦਿੱਕਤ ਆ ਰਹੀ ਹੈ, ਤੁਹਾਨੂੰ ਖਾਂਸੀ ਛਿੜਦੀ ਪਈ ਹੈ ਉਸ ਚੀਜ਼ ਦੇ ਨਾਲ, ਉਹ ਤੁਹਾਨੂੰ ਥੋੜ੍ਹਾ ਅਵੋਇਡ ਤਾਂ ਦੇਖੋ ਕਰਨਾ ਹੀ ਪਏਗਾ, ਹੈ ਨਾ। ਤੁਸੀਂ ਇਹ ਨਹੀਂ ਕਰ ਸਕਦੇ ਕਿ ਵੀ ਮੈਨੂੰ ਦਿੱਕਤ ਆ ਰਹੀ ਹੈ, ਮੈਨੂੰ ਖਾਂਸੀ ਛਿੜ ਰਹੀ ਹੈ, ਮੈਂ ਫਿਰ ਵੀ ਠੰਡਾ ਪਾਣੀ ਪੀ ਜਾਵਾਂ, ਹੈ ਨਾ। ਥੋੜ੍ਹਾ ਜਿਹਾ ਅਵੋਇਡ ਕਰਨਾ ਪਏਗਾ ਟ੍ਰਿਗਰਸ ਨੂੰ। ਡਾਕਟਰ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਯੂ ਆਰ ਐਨ ਇੰਸਟੀਟਿਊਸ਼ਨ, ਬੜੇ ਲੰਬੇ ਡਾਟੇ ਆ ਪਰ ਅਸੀਂ ਇਹ ਸਾਰੇ ਹਸਪੀਟਲ ਨਹੀਂ ਕਵਰ ਕਰ ਰਹੇ ਹੈਗੇ ਅੱਜ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ धन्यवाद। सत श्री अकाल, थैंक यू। दर्शकों, पंजाब प्लस चैनल पे आपका स्वागत है। आज हम आए हैं डॉक्टर अनिल विरदी, जिन्होंने लंबे समय से अपनी सर्विसेज एज ए ओपन सर्जन, एज ए लेप्रोस्कोपिक सर्जन दे रहे हैं और अभी आईवी हॉस्पिटल में हैं। हम पहले भी इनसे मिल चुके हैं, काफ़ी हॉस्पिटल्स में बहुत बड़ी सेवाएं इनकी हैं, बड़े बड़े हॉस्पिटल में इन्होंने सेवा अपनी दी है। डॉक्टर साहब, एक बार फिर से स्वागत है आपका हमारे स्पेशल शो में। थैंक यू रिची जी, थैंक यू सो मच। डॉक्टर साहब, क्या कहना चाहेंगे कि सर्जरीज जो पहले जब भी सर्जरी की बात आती थी तो बहुत ज़्यादा टेंशन वाले माहौल होते थे, प्रिपेयरिंग होती थी कि कैसे करना है, कैसे हम लोग अंजाम देंगे, कैसे होगा, लेकिन आजकल सर्जरी जो है वो चेंज हो गया। ओपन सर्जरी का भी जो ट्रेंड है वो चेंज हो गया। वो पहले वाली कट्स नहीं है, पहले वाला बहुत एडवांसमेंट आ गई इस फील्ड में। क्या कहना चाहेंगे? हाँ, बिल्कुल सही कहा आपने रिची साहब। दरअसल कुछ साल पहले, यानी कि अगर आप देखें 2 डिकेड पहले जब सर्जरीज़ होती थी तो लोगों के दिल में खौफ आ जाता था, डर। मुझे याद है कि माई डैड अंडरवेंट सर्जरी लॉन्ग वे बैक, एंड सर्जरी का जो एक्सपीरियंस था, मैं उस समय छोटा था, तो उनकी सर्जरी हुई एंड ही वाज इन लॉट ऑफ पेन। सो दिस वाज अराउंड आई थिंक सो 40-50 ईयर्स बैक। लेकिन आज जो सर्जरी है, इट हैज़ बिकम सो पेशेंट फ्रेंडली थैंक्स टू द इवोल्यूशन एंड प्रोग्रेस इन द फील्ड ऑफ एनेस्थीसिया एंड द क्वालिटी ऑफ द मेडिसिन दैट वी हैव टुडे। जो दवाइयों की क्वालिटी है वो बहुत अच्छी हो गई। ऑपरेशन थिएटर में जो फैसिलिटीज़ हैं वो बहुत अच्छी हो गई। जो एनेस्थीसिया की जो ड्रग्स हैं वो बहुत अच्छी हो गई हैं। पहले का जो एनेस्थीसिया दिया जाता था तो मुझे याद है डिकेड पहले या 15-20 साल पहले जब एनेस्थीसिया के साइड इफ़ेक्ट्स बड़े होते थे। सर्जरी के बाद पेशेंट को वॉमिटिंग्स आनी, नोज़िया, हेडेक। तो अभी जो सर्जरी है वो इट्स मोर और लेस वेरी कंफर्टिंग फॉर द पेशेंट्स। और रीज़न ये है कि जैसे मैंने बताया है कि द वंडरफुल टेक्निक्स दैट वी हैव इन ऑपरेशन थिएटर and the
best available drugs, and of course the expertise has also improved. जैसे कि laparoscopy has brought immense change in the field of surgery. पहले क्या होते थे कि पहले मुझे याद है कि गॉल ब्लैडर की सर्जरी आज से 20-25 साल पहले जब होती थी, गॉल ब्लैडर की सर्जरी तो पेट में इतना बड़ा इंसिजन होता था काफ़ी बड़ा इंसिजन होता था, तो और दूर से पता लग जाता था कि पेशेंट को देख के पता चल जाता था कि इसकी गॉल ब्लैडर की सर्जरी हुई है, और 8 से 10 इंच का एक बड़ा सा इंसिजन होता था. तो लेप्रोस्कोपी it was introduced in late 80s 90s in India, और अब तो लेप्रोस्कोपी इतना ज़्यादा इवॉल्व हुआ है. पहले सिंगल चिप कैमरास होते थे, धीरे धीरे ये 3 चिप हुए, हाई डेफिनेशन कैमरास आने लग गए, और अभी 4K मॉनिटर्स एंड हाई एंड कैमरास आ गए हैं. अभी हमने IV हॉस्पिटल में, रिची साहब IV हॉस्पिटल होशियारपुर, आई थिंक सो, इस रीजन में हमारे पास वन ऑफ द बेस्ट हाई एंड लैप्रोस्कोपिक यूनिट है, और ये है स्ट्राइकर का. हमने रखा है 1688 मॉडल है. इट्स 4K 1688 हाई एंड कैमरा, जिसमें इतना प्रिसीशन है इन द इमेज क्वालिटी, और जिससे सर्जरी करते समय हमें एक बारीक से बारीक चीज़ जो टिश्यू की है वो नज़र आ जाती है. जब आप ऐसे हाई एंड कैमरास में सर्जरीज करते हो तो एक तो सर्जरी का ड्यूरेशन टाइम कम हो जाता है, एक कॉम्प्लिकेशन रेट नेग्लिजिबल हो जाता है. अगर आप, मुझे याद है जब हमने लेप्रोस्कोपी शुरू की थी आज से 10-15 साल 20 साल पहले, तो छोटे मॉनिटर्स होते थे, और प्रिसीशन इतना नहीं होता था, क्वालिटी इतनी अच्छी नहीं होती थी. और आज वो क्वालिटी इतनी इम्प्रूव हो गई है, तो डेफिनेटली मैं ये कहूँगा कि जो कॉम्प्लिकेशन रेट आज की जनरेशन में जो लेप्रोस्कोपी सीखेंगे और आगे करेंगे, तो पेशेंट्स को इसका बेनिफिट बहुत होगा, बिकॉज प्रिसीशन, एक्यूरेसी, क्वालिटी, इससे ट्रिमेंडस जो है चेंज आ गया है इन द फील्ड ऑफ सर्जरी. और ये सब एडिटिव फैक्टर्स अगर हम देखेंगे, यानी द क्वालिटी ऑफ द cameras, the laparoscopic instruments, the expertise that have developed, the latest drugs, and the anesthesia and the quality of anesthesia, इन सब को अगर हम कंबाइन करेंगे तो इससे जो पेशेंट को एडवांटेज होता है वो है a very patient friendly surgery, very early recovery from surgery, a pain free post operative stay in the hospital. अब मैं ज़्यादातर जब मैं पेशेंट्स को राउंड पे जाता हूँ तो पेशेंट्स आराम से लेटे होते हैं, जैसे कि उनकी जैसे सर्जरी हुई नहीं. मैं अक्सर कहता होता हूँ उनको, मैं क्या कि आप कैसे फील कर रहे हो, पेशेंट भी कहता होता है डॉक्टर साहब वी आर एब्सोल्युटली फाइन. कई बार तो हम डे में सर्जरी, सुबह सर्जरी करें, शाम को पेशेंट को डिस्चार्ज भी कर देते हैं. तो इसका एडवांटेज जो है सोसाइटी को, समाज को बहुत मिलता है. अगर जैसे आजकल की जो लेटेस्ट डेवलपमेंट टेक्निक्स अगर हम इसको इनकॉर्पोरेट करें हॉस्पिटल में, जैसे हमारे पास है अभी IV हॉस्पिटल में, तो इससे पेशेंट को बहुत बेनिफिट है. और आजकल की जो सर्जरीज़ हैं वो बहुत पेशेंट फ्रेंडली हो गई है, इजी अर्ली रिकवरी होती है, अर्ली डिस्चार्ज हो जाता है, हॉस्पिटल में खर्चा कम होता है. और हॉस्पिटल में जितना ज़्यादा रहें तो वैसे क्रॉस इन्फेक्शंस होती है. हॉस्पिटल में पोस्ट ऑपरेटिव स्टे अगर कम है, आज सर्जरी की, शाम को छुट्टी, अगले दिन छुट्टी, घर में जल्दी जाता है, अपने घर वालों के साथ पेशेंट रहता है. मैंने अपनी भी सर्जरी कराई थी, तो रिजी साहब मैं भी अगले दिन चले गया घर में. सो सर्जरी हैज़ बिकम वेरी वेरी patient friendly these days, thanks to all the developments that have occurred in the recent past. बस अगर हम बात कर लें IV हॉस्पिटल की, जिसमें आपके पास केवल एक डिपार्टमेंट ही नहीं है, इसके साथ साथ हार्ट की बात कर लें, गैस्ट्रो की बात कर लें, जैसे आपने कहा कि राउंड द क्लॉक जहाँ एनेस्थीसिया वाले डॉक्टर्स रहते हैं, और नई नई मेडिसिन आ गई हैं, हाई डेफिनेशन कैमरे हैं. एक इंस्टीट्यूशन में सर्जरी कराना, जैसे आप गाल ब्लैडर की हम बात करें, जिसकी आप स्पेशलिस्ट भी हैं, और गाल ब्लैडर की जो आजकल काफ़ी जो है लोग मिथ में रहते हैं कि पित्ते में अगर पथरी होगी तो इसका हम लोग कोई इलाज कर लेंगे. क्या कहना चाहेंगे कि पित्ते की पथरी का इलाज केवल एंड केवल यही है कि हमें उसको रिमूव करना ही पड़ेगा?
जी जी रिची साहब, आपने बिल्कुल सही बात किया। बहुत ही आपने इम्पॉर्टेंट टॉपिक बहुत ही इम्पॉर्टेंट क्वेश्चन पुट अप किया है। मैं हमेशा ये कहता होता हूँ कि गॉल स्टोन्स को, पित्ते की पथरी जिसको हम गॉल स्टोन्स कहते हैं, जिसको कॉलीलिथियासिस भी कहते हैं, पित्ते की पथरी मतलब थ्रेट टू लाइफ। पित्ते की पथरी मतलब जान को खतरा। तो ऐसे न जाने कितने पेशेंट्स मैंने ऐसे देखे हैं जो कॉम्प्लिकेशंस के साथ आते हैं। उनको पता होता है कि उनके पित्ते में पथरी है, लेकिन वो वेट करते रहे और उसके बाद कॉम्प्लिकेशंस के साथ आते हैं जब उनकी हालत बहुत ख़राब हो जाती है। ये कहना चाहता हूँ कि पेशेंट्स जो जिनके भी गॉल ब्लैडर में स्टोन्स हैं वो कभी भी इसको ओवरलुक ना करें, नज़रअंदाज ना करें, और हमेशा ये कोशिश होनी चाहिए कि जैसे ही पता चले तो वो जल्दी से जल्दी हॉस्पिटल में आएँ और अपने गॉल ब्लैडर के स्टोन्स की सर्जरी कराएं। दूसरी बात आपने की कि ये मल्टी स्पेशलिटी हॉस्पिटल है। आईवी हॉस्पिटल एक मल्टी स्पेशलिटी सुपर स्पेशलिटी हॉस्पिटल है, जहाँ पर एक छत के नीचे तकरीबन ऑलमोस्ट सारे डिपार्टमेंट्स हैं। सीटी स्कैन हमारे यहाँ होता है, MRI यहाँ होता है, अल्ट्रासाउंड यहाँ होता है, कार्डियोलॉजिस्ट हैं, नेफ्रोलॉजिस्ट हैं, न्यूरोलॉजिस्ट हैं, न्यूरोसर्जन हैं। सो वी हैव अ वेरी हेल्दी, वेरी गुड, अ वेरी कंप्लीट टीम। इसका एडवांटेज पेशेंट्स को होता है, इसका एडवांटेज बहुत है, क्योंकि अगर कभी भी किसी पेशेंट को कभी भी किसी भी क्रॉस कंसल्टेशन की कभी भी ज़रूरत पड़ सकती है, किसी को अचानक कोई हार्ट की प्रॉब्लम हो जाए, कोई न्यूरो की प्रॉब्लम हो जाए, तो हमें पेशेंट को कहीं रेफ़र नहीं करना पड़ता। ये बहुत बड़ा एडवांटेज है। और ऐसे एक सुपर स्पेशलिटी हॉस्पिटल में जब आप काम करते हो तो काम करने वाले डॉक्टर्स भी कंफर्टेबल रहते हैं। उन्हें ये एक सिक्योरिटी रहती है कि हाँ यार, अगर हमारे पेशेंट को किसी क्रॉस कंसल्टेशन की ज़रूरत पड़े तो एक ही छत के नीचे सारी हमारे पास फैसिलिटीज़ हैं। अभी जैसे कभी हम कोई सर्जरी की और अचानक हमें लगा कि अगले दिन CT स्कैन की ज़रूरत है या MRI की ज़रूरत है, तो आप इमेजिन करो कि अगर पेशेंट को हम पोस्ट ऑपरेटिव डे 1 है और उस पेशेंट को अगर हम एम्बुलेंस में डाल के बाहर कहीं CT के लिए भेजें और MRI के लिए भेजें, तो सोचो पेशेंट कितना अनकंफर्टेबल होगा। और अगर यही फैसिलिटी यहाँ पर अवेलेबल है, हॉस्पिटल में अवेलेबल है, तो पेशेंट को कितनी सुविधा है, कितनी फैसिलिटी है। सो डेफिनेटली देयर इज़ एन एडेड एडवांटेज वर्किंग इन एन इंस्टीट्यूट where there is a complete super speciality and multi speciality team. So I'm very happy that I'm part of IV Hospital होशियारपुर, और यहाँ पर we have all the added and additional facilities available 24/7. Thank you. कहना चाहेंगे कि आप गाइडर हैं, आप काउंसलर हैं, आप बहुत समय लेते हैं काउंसल करने के लिए, जब भी पेशेंट आते हैं उनका माइंड सेटअप बनाना। क्या कहना चाहेंगे कि आजकल जैसे हम देख रहे हैं कि छोटे छोटे बच्चे जो हैं वो भी फैटी लीवर का शिकार हो रहे हैं, क्योंकि आप डिस्कस करते रहते हैं, आप भी एक पूरा इंटरवीन करते हैं हर चीज़ में। क्या कहना चाहेंगे कि फैटी लीवर की हम बात कर रहे हैं जिसको लोग बड़ा लाइटली ले रहे हैं, और छोटे छोटे बच्चों को ही आज फैटी लीवर का शिकार हो रहे हैं। क्या कहना चाहेंगे कि आप गाइड करते हो, जो आते हैं उनके साथ भी, उनको भी आप हमेशा काउंसल करते हो कि भाई बचो इन चीज़ों के साथ, भाई आपका फैटी लीवर फर्स्ट स्टेज तो चलो आजकल मैं मानता हूँ कि तीसरे चौथे आदमी को, हर को फर्स्ट स्टेज तो होगी फैटी लीवर की, जिस तरह का सिनेरियो चल रहा है, लेकिन सेकंड थर्ड वाली भी जो है वो दूर नहीं है, क्योंकि अगर फर्स्ट स्टेज है उसको लाइटली नहीं लेना, उसके बाद आपको अपने जीभ के ऊपर लगाम और आपको अपने खाने के ऊपर ध्यान रखना पड़ेगा। बिल्कुल रिची साहब, ये बहुत ही सेंसिटिव इशू है जो आपने पिकअप किया, और थैंक्स टू यू फॉर पुटिंग अप दिस क्वेश्चन। जहाँ तक जैसे आपने बात छोटे बच्चों की तो मैं एक ऐड करूँगा। मुझे याद है कि गॉल ब्लैडर स्टोन 3 साल के बच्चे का मैंने गॉल ब्लैडर स्टोन की सर्जरी की है 3 साल के बच्चे की गॉल ब्लैडर के स्टोन की सर्जरी की है, और मल्टीपल स्टोन्स थे उसके गॉल ब्लैडर में। वो लड़की थी, और एक बच्चा जो कोई 4.5 या 5 साल का था, एक उसकी भी मैंने, वो लड़का था, उसके भी मैंने गॉल ब्लैडर की, उसका गॉल ब्लैडर निकालना पड़ा बिकॉज उसके गॉल ब्लैडर में स्टोन्स भरे हुए थे। और हायर एज में मैं जाऊँ तो 110 साल के एक बाबा जी आए थे, वो 5-6 महीने 6-7 महीने पहले एक उनका ऑपरेशन किया था गॉल ब्लैडर स्टोन के साथ। तो ये रेंज है, मतलब हालांकि गॉल ब्लैडर स्टोन्स का कहा जाता है कि ये मिडिल एज फीमेल्स में होता है गॉल ब्लैडर स्टोन्स, यानी कि अगर कोई 30-40 4 F लगाते होते हैं हम गॉल ब्लैडर स्टोन में, फीमेल 40
फैटी, फर्टाइल। सो ये 4 F यूज़ करते हैं, लेकिन ये अब ऐसा रहा नहीं है। हालांकि फ़ीमेल्स में फैटी फीमेल, 40 फर्टाइल फीमेल्स में गॉल स्टोन्स ज़्यादा होते हैं, लेकिन जैसे अभी मैंने बताया कि ये वो पुरानी बातें हैं। अभी ये गॉल स्टोन्स की समस्या जो है वो काफ़ी कॉमन हो गई है। और इसके साथ लगते जो आपने टॉपिक टच किया है फैटी लिवर। फैटी लिवर अभी मैं आपको बताऊं रिची साहब कि हमारा जो लाइफस्टाइल है आजकल की सोसाइटी का, वो रिस्पॉन्सिबल है फॉर फैटी लिवर एंड इट्स एसोसिएटेड प्रॉब्लम्स। सो फैटी लिवर जैसे कि कहते हैं कि भाई लिवर में फ़ैट जमना शुरू हो जाता है, और फैटी लिवर जैसे कि नाम भी हम कह रहे हैं। तो ये एक आपके माध्यम से ये कहूँगा कि हर एक को हर घर में जैसे ही हम मेडिकल चेकअप हम कराते हैं तो एक टेस्ट ज़रूर कराएं। कुछ और नहीं कराना तो एक टेस्ट ज़रूर कराएं, वो है SGPT वो ज़रूर कराएं। तो अगर SGPT रेज आता है तो दिस इज़ एन अलार्म कि आपके लिवर में प्रॉब्लम आ रही है। और फैटी लिवर हम कम कर सकते हैं अगर हम अपने लाइफस्टाइल को सही करें। और लाइफस्टाइल को सही करने के लिए क्या है कि हम मोटापा ना होने दें। यू शुड ट्राई टू रिमेन इन योर डिज़ायर्ड बॉडी वेट दैट इज़ एक्चुअली कैलकुलेटेड बेस्ड ऑन योर हाइट। एक सीधा साधा सा फॉर्मूला है, आपके माध्यम से बताता हूँ। नहीं जैसे सपोज़ मसलन अगर किसी की 170 सेंटीमीटर्स हाइट है, जितनी भी हाइट है उसमें से आप 100 कम कर दो। सेंटीमीटर्स में हाइट लो और उसमें से 100 कम कर दो, सो जो बाकी बचा वो उसका वेट होना चाहिए। यानी किसी की 170 सेंटीमीटर हाइट है तो 100 कम कर दो, उसका स्टैंडर्ड वेट 70 है। अगर किसी का 165 सेंटीमीटर्स हाइट है तो 100 कम कर दो तो 65 kg उसका वेट होना चाहिए। फीमेल्स के लिए ये 105 है, यानी फीमेल्स को जो भी उसकी हाइट है उसमें से 105 कम करना है, ठीक है। और मेल्स को 100 कम करना है। और अगर किसी के पेरेंट्स में डायबिटीज़ है, हाइपरटेंशन है और ओबेसिटी है, उसको भी अपने हाइट से 105 कम करना है, तो वो उसका डिज़ायर्ड वेट है। तो अगर फैटी लिवर आपने प्रिवेंट करना है तो वेट को कंट्रोल करना है। कैरी होम मैसेज ये है कि अगर आप अपने वेट को उस रेशियो में रखें जो डिज़ायर्ड है तो आपको फैटी लिवर तकरीबन नहीं होगा। बहुत रेयर होता है कि अगर कोई बहुत ही लीन है और थिन है और उसको फैटी लिवर हो जाए। उसको तब होगा अगर उसके हेरिडिटरी प्रॉब्लम है, उसके पेरेंट्स को कोलेस्ट्रॉल बढ़ रहा है, उसके पेरेंट्स में डायबिटीज़ है, फिर अगर वो लीन है, थिन है तो उसको फैटी लिवर हो सकता है, लेकिन उतना नहीं होगा अगर वो अपने वेट को कंट्रोल में रखेगा तो उतना फैटी लिवर नहीं होगा। तो सबसे बड़ी बात यह है कि वेट को अपने नॉर्मल रेशियो में रखें, फिर डाइट को कंट्रोल करें। डाइट में मोटी मोटी सी चीज़ है कि डाइट में ऑयल्स नहीं यूज़ करना, घी यूज़ कर सकते हैं या मस्टर्ड ऑयल यूज़ कर लें। रेस्ट जो ऑयल्स हैं वो हार्मफुल होते हैं। और रीकुक्ड ऑयल बिल्कुल यूज़ नहीं करना। और जो है कुकिंग जो है वो ड्राई कुकिंग कर लें, है ना। सो ड्राई हीट करें, बेकिंग करें। सो बट मेन बॉटम लाइन इज़ कि आप घी यूज़ कर लें और घी को पचाएं। देसी घी इज़ बेटर देन वेरी मैनी ऑयल्स, आई वुड से दैट। सो ऑयल्स जो हैं वो नो करें। और अगर आप थोड़ा जो वाइट मक्खन है जो निकाला जाता है वो फिर सेफ़ है, बजाय कि चीज़ के और जो बटर जो आप मार्केट में मिलता है वो ना यूज़ करें। घर में अगर मक्खन निकाल के वो थोड़ा जितना पचा सकें वो यूज़ कर लें या देसी घी यूज़ कर लें, लेकिन उसे पचाएं। अगर आपका लाइफस्टाइल सेडेंटरी है, ज़्यादा चलना फिरना नहीं है, तो फिर आप जो है वो आप फ़ैट फ्री डाइट रखें या फ़ैट को बहुत कंज्यूम कम करें। फ़ैट में नो टू ऑयल्स, नो टू रीहीटेड फैट एंड नो टू जंक फूड, मीन्स मैदे वाली चीज़ें ना लें और हाइपरग्लाइसेमिक चीज़ें ना लें। यानी कि जो आटा है, वीट है, वो ज़्यादा यूज़ ना करें, मल्टीग्रेन आटा यूज़ कर लें।
दैट इज़ मोर हेल्पफुल, बिकॉज जो भी आप अगर डेली वीट यूज़ करेंगे तो वो हाइपरग्लाइसेमिक है, वो अंदर आपके वेट को ऐड ऑन करेगा। अगर आप बाजरा, जवार, मल्टीग्रेन आटा यूज़ करते हैं तो आप वेट पुट ऑन नहीं करेंगे, क्योंकि वेट अगर ठीक रहेगा तो लिवर भी ठीक रहेगा। So liver is actually it is basically a metabolic center. Liver, जैसे आपने कहा रिची जी, liver is the metabolic center of the whole body. अगर आपका liver healthy है और आपका liver healthy रहता है तो आने वाले टाइम में आपको डायबिटीज़ नहीं हो सकती, आपको ओबेसिटी नहीं हो सकती, आपको हाइपरटेंशन नहीं हो सकती। ये लिवर की डिजीज़ प्रिकर्सर हैं। अगर आपको लिवर की डिजीज़ होने लग जाती है, फैटी लिवर होने लग जाता है, तो आने वाले टाइम में आपको डायबिटीज़, हाइपरटेंशन, कॉर्नरी आर्टरी डिजीज़ और ओबेसिटी यानी मोटापा आने वाले टाइम में ये मल्टीफोल्ड टाइम्स इंक्रीज़ हो जाता है। सो लिवर का ध्यान अगर यंग एज में रख लें, जब बच्चे स्कूल में जा रहे हैं तो उसी समय उनका ध्यान रखें, उनका SGOT-PT चेक करें, SGPT चेक करें, उनका लिपिड प्रोफाइल चेक करें, उन्हें लीन रखने के लिए डोंट फिट योरसेल्फ इनटू द जीन्स, मेक अ जीन ऑफ वेस्ट ऑफ 90 सेंटीमीटर एंड ट्राई टू फिट योरसेल्फ इनटू दैट जीन। ये नहीं कि मार्केट में जो जीन आ गया 105 सेंटीमीटर वाली वो पहने। एम ये होना चाहिए कि 90-95 सेंटीमीटर की जीन है उसमें हम फिट हों। सो ये एम होना चाहिए। डीपली हमें हमारे दर्शकों को जानकारी दी है, और आप जैसे डॉक्टर जब कोई बात कहते हैं तो उसका मायना भी है और लोग भी बहुत अवेयर होते हैं। आपका हमें समय देने के लिए, हमारे दर्शकों को अवेयर करने के लिए बहुत बहुत धन्यवाद सर। थैंक यू रिची सर, थैंक यू सो मच, थैंक यू सो मच, थैंक यू। दर्शकों, पंजाब प्लस चैनल ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਮੁਕੇਸ਼ ਕੁਮਾਰ, ਜਿਹੜੇ ਗੈਸਟਰੋਨੋਲੋਜਿਸਟ ਨੇ ਔਰ ਆਈਵੀ ਹਸਪੀਟਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ। ਡਾਕਟਰ ਸਾਹਿਬ, ਜਿਹੜੀ ਕਿ ਅੱਜ ਕੱਲ੍ਹ ਇੱਕ ਨੌਲੇਜੇਬਲ ਮਤਲਬ ਡਿਪਾਰਟਮੈਂਟ ਬਣ ਗਈ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਜੰਕ ਫੂਡ, ਜਿਸ ਤਰੀਕੇ ਦੇ ਨਾਲ ਲੋਕ ਅੱਜ ਗੈਸਟੋ ਦੇ ਵਿੱਚ ਪੇਸ਼ੈਂਟ ਜਲਦੀ ਬਣ ਰਹੇ ਨੇ, ਹਰ ਚੌਥਾ ਬੰਦਾ ਫੈਟੀ ਲੀਵਰ ਦਾ ਸ਼ਿਕਾਰ ਹੋ ਰਿਹਾ। ਕੀ ਕਹਿਣਾ ਚਾਹੋਗੇ ਕਿ ਉਹ ਡਿਪਾਰਟਮੈਂਟ ਜਿਹਦੇ 'ਚ ਮਤਲਬ ਪਹਿਲਾਂ ਜੇ ਆਪਾਂ ਗੈਸਟੋ ਦੀ ਗੱਲ ਕਰੀਏ ਔਰ ਅੱਜ ਦੀ ਗੈਸਟੋ ਦੀ ਗੱਲ ਕਰੀਏ, ਅੱਜ ਤੋਂ 5-6 ਸਾਲ ਪਹਿਲਾਂ ਜਿੱਦਾਂ ਹੈਪੇਟਾਈਟਸ B-C ਦੀ ਕਾਫੀ ਵੱਡੀ ਪ੍ਰੋਬਲਮ ਸੀਗੀ ਲੋਕਾਂ ਨੂੰ, ਨੋ ਡਾਊਟ ਅੱਜ ਵੀ ਹੈਗੀ ਆ, ਲੇਕਿਨ ਉਹਦਾ ਨਿਜ਼ਾਮ ਜਿਹੜਾ ਹੈਗਾ ਸਰਕਾਰ ਨੇ ਪਾਲਿਆ। ਔਰ ਹੁਣ ਇਸ ਜਿਹੜਾ ਫੈਟੀ ਲੀਵਰ ਹੈਗਾ, ਜਿਹੜਾ ਕਿ ਉਹ ਮੈਡੀਸਨਸ ਦੇ ਨਾਲ ਉੱਦਾਂ ਕਿਉਰ ਨਹੀਂ ਹੋਣ ਵਾਲਾ, ਉਹ ਤੁਹਾਨੂੰ ਲਾਈਫ ਸਟਾਈਲ ਹੀ ਚੇਂਜ ਕਰਨਾ ਪੈਣਾ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਸਹੀ ਕਿਹਾ। ਜਿਹੜੇ ਤੁਸੀਂ ਕਿਹਾ ਕਿ ਫੈਟੀ ਲੀਵਰ ਹੋ ਗਿਆ ਜਾਂ ਫਿਰ ਪੇਟ ਦੀ ਜਿਹੜੀ ਵੀ ਸਮੱਸਿਆ ਜਿਹੜੀ ਹੁਣ ਲੋਕਾਂ ਦੇ ਵਿੱਚ ਵੱਧ ਰਹੀ ਹੈਗੀ ਹੈ, ਜਿਨ੍ਹਾਂ ਵਿੱਚ ਤੁਸੀਂ ਨਾਮ ਲਿਆ ਇੱਕ ਫੈਟੀ ਲੀਵਰ, ਹੈਪੇਟਾਈਟਸ B-C, ਚਲੋ ਉਹਨਾਂ ਦਾ ਵੀ ਟਰੀਟਮੈਂਟ, ਹੈਪੇਟਾਈਟਸ C ਦਾ ਟਰੀਟਮੈਂਟ ਹੁਣ ਆ ਗਿਆ ਹੈਗਾ, 3 ਮਹੀਨੇ ਦੀ ਦਵਾਈ ਦੇ ਨਾਲ ਕਾਫੀ 99% ਉਹ ਰਿਕਵਰ ਹੋ ਜਾਂਦਾ ਹੈ। ਫੈਟੀ ਲੀਵਰ ਇੱਦਾਂ ਹੈ ਕਿ ਫੈਟੀ ਲੀਵਰ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈਗੀ ਹੈ, ਮੈਟਾਬੋਲਿਕ ਡਿਜ਼ੀਜ਼ ਹੈਗੀ ਹੈ। ਫੈਟੀ ਲੀਵਰ ਸਾਡੇ ਇੰਡੀਆ ਦੇ ਵਿੱਚ, ਖਾਸ ਕਰ ਪੰਜਾਬ ਦੇ ਵਿੱਚ ਬਹੁਤ ਕਾਮਨ ਹੈ। ਮੋਟਾਪਾ, ਜਿਵੇਂ ਆਪਾਂ ਸਾਡੇ ਪੰਜਾਬ ਦੇ ਵਿੱਚ ਮੋਟਾਪਾ ਬਹੁਤ ਹੈਗਾ, ਫੈਟੀ ਡਾਈਟ ਆਪਾਂ ਲੈਂਦੇ ਹਾਂ, ਉਹਦੇ ਨਾਲ ਬੇਸਿਕਲੀ ਫੈਟੀ ਲੀਵਰ ਕੀ ਹੈ, ਜਿਵੇਂ ਆਪਾਂ ਆਪਣੀ ਬੋਡੀ ਦੇ ਉੱਤੇ ਚਰਬੀ ਚੜ੍ਹਦੀ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਸਿੰਪਲ, ਇੱਦਾਂ ਲੀਵਰ ਦੇ ਵਿੱਚ ਜਦੋਂ ਫੈਟ ਚੜ੍ਹਨੀ ਹੈ ਉਹਨੂੰ ਫੈਟੀ ਲੀਵਰ ਕਹਿ ਦਿੰਦੇ ਹਾਂ। ਗ੍ਰੇਡ 1 ਤੋਂ ਲੈ ਕੇ ਗ੍ਰੇਡ 4 ਤੱਕ ਹੁੰਦਾ। ਹੁਣ ਫੈਟੀ ਲੀਵਰ ਤਾਂ ਇੱਕ ਹੁੰਦਾ ਇਕੱਲਾ ਫੈਟੀ ਲੀਵਰ ਹੈ। ਜਦੋਂ ਫੈਟੀ ਲੀਵਰ ਹੁੰਦਾ ਫਿਰ ਆਪਾਂ ਅੱਗੇ ਜਿਹੜੇ ਟੈਸਟ ਕਰਵਾਉਂਦੇ ਹਾਂ ਕਿ LFT ਕਰਵਾਉਂਦੇ ਹਾਂ, ਆਪਾਂ ਲੀਵਰ ਦੇ ਟੈਸਟ ਕਰਵਾਉਂਦੇ ਹਾਂ। ਜੇਕਰ ਲੀਵਰ ਦੇ ਟੈਸਟ ਖਰਾਬ ਨੇ, SGOT-PT ਵਧਿਆ ਹੋਇਆ, ਇਟ ਮੀਨਸ ਕਿ ਦੇਰ ਇਜ਼ ਇਨਫਲੇਮੇਸ਼ਨ ਗੋਇੰਗ ਵਿਦਿਨ ਦਾ ਲੀਵਰ, ਕਿ ਲੀਵਰ ਦੇ ਵਿੱਚ ਸੋਜ ਪੈ ਰਹੀ ਹੈ। ਫਿਰ ਸਾਨੂੰ ਉਹਦੇ ਵਿੱਚ ਦਵਾਈ ਸਟਾਰਟ ਕਰਨੀ ਪੈਂਦੀ ਹੈ। ਬਟ ਉਹਦੇ ਵਿੱਚ ਵੀ ਸਾਨੂੰ ਇਹ ਪੇਸ਼ੈਂਟ ਨੂੰ ਮੇਨ ਇਹਦਾ ਧਿਆਨ ਰੱਖਣਾ ਕਿ ਵੇਟ ਲੋਸ, ਫਿਜ਼ੀਕਲ ਐਕਸਰਸਾਈਜ਼ ਅਤੇ ਆਪਣਾ ਡਾਈਟ ਕੰਟਰੋਲ ਕਰੇ, ਕਿਉਂਕਿ ਫੈਟੀ ਲੀਵਰ ਇਨੀਸ਼ੀਅਲ ਸਟੇਜ ਹੈ। ਫੈਟੀ ਲੀਵਰ ਤੋਂ ਬਾਅਦ ਫਿਰ ਹੋਰ ਪ੍ਰੋਬਲਮ ਸਟਾਰਟ ਹੁੰਦੀਆਂ, SGOT-PT, LFT, ਡੀ ਰੇਂਜ ਹੁੰਦੇ ਨੇ। ਉਸ ਤੋਂ ਬਾਅਦ ਫਿਰ ਫਾਈਬਰੋਸਿਸ ਹੋਣੀ ਸਟਾਰਟ ਹੋ ਜਾਂਦੀ ਹੈ ਲੀਵਰ 'ਤੇ, ਫਿਰ ਐਂਡ ਸਟੇਜ ਸਿਰੋਸਿਸ ਹੋ ਜਾਂਦਾ ਹੈ। ਅਤੇ ਸਿਰੋਸਿਸ ਜਦੋਂ ਹੋ ਗਿਆ ਫਿਰ ਆਪਾਂ ਰਿਵਰਸ ਨਹੀਂ ਕਰ ਸਕਦੇ। ਆਪਾਂ ਫੈਟੀ ਲੀਵਰ ਨੂੰ ਰਿਵਰਸ ਕਰ ਸਕਦੇ ਹਾਂ, ਆਪਾਂ ਲੀਵਰ 'ਚ ਜਿਹੜੀ ਸੋਜ ਪੈ ਰਹੀ ਆ ਉਹਨੂੰ ਰਿਵਰਸ ਕਰ ਸਕਦੇ ਹਾਂ ਦਵਾਈਆਂ ਦੇ ਨਾਲ ਅਤੇ ਆਪਣੀ ਲਾਈਫ ਸਟਾਈਲ ਐਂਡ ਡਾਈਟਰੀ ਮੋਡੀਫਿਕੇਸ਼ਨ ਦੇ ਨਾਲ। ਦੱਸ ਕੀ ਕਹਿਣਾ ਚਾਹੋਗੇ ਕਿ ਆਈਵੀ ਹਸਪੀਟਲ ਜਿਹ 'ਚ ਫੈਬਰੋਸਕੈਨ ਦੀ ਆਪਾਂ ਗੱਲ ਕਰ ਲਈਏ, ਜਿਹ 'ਚ ਆਪਾਂ ਮਾਡਰਨ ਟੈਕਨੀਕਸ ਨਾਲ ਐਂਡੋਸਕੋਪੀ ਦੀ ਗੱਲ ਕਰ ਲਈਏ, ਤਾਂ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਅਵੇਲੇਬਲ ਹੈਗੀ ਆ, ਜਿਹੜਾ ਕਿ ਇੱਕ ਬਹੁਤ ਵੱਡੀ ਸਾਰਾ ਹਿਮਾਚਲ ਨੂੰ ਇਹ ਫੀਡ ਕਰ ਰਿਹਾ ਹੈਗਾ। ਆਪਾਂ ਹੁਸ਼ਿਆਰਪੁਰ 'ਚ ਬੈਠੇ ਹਾਂ, ਹਿਮਾਚਲ ਦਾ ਕਾਫੀ ਪੇਸ਼ੈਂਟ ਜਿਹੜਾ ਹੈਗਾ ਇੱਥੇ ਵਿਜ਼ਿਟ ਕਰਦਾ ਹੈਗਾ। ਹੋਰ ਆਪਾਂ ਗੱਲ ਕਰ ਲਈਏ, ਟਾਂਡਾ ਦੀ ਗੱਲ ਕਰ ਲਈਏ, ਆਪਾਂ ਦਸੂਹਾ ਦੀ ਗੱਲ ਕਰ ਲਈਏ, ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਆਪਾਂ ਪਾਸ ਨਵਾਂ ਸ਼ਹਿਰ ਦੀ ਤੱਕ ਵੀ ਜਿਹੜੇ ਹੈਗੇ ਪੇਸ਼ੈਂਟਸ ਇੱਥੇ ਵਿਜ਼ਿਟ ਕਰਦੇ।
ਬਿਲਕੁਲ ਸਹੀ ਕਿਹਾ ਤੁਸੀਂ। ਪਹਿਲਾਂ ਲੋਕਾਂ ਦੇ ਵਿੱਚ ਇੰਨੀ ਅਵੇਅਰਨੈਸ ਨਹੀਂ ਸੀਗੀ, ਔਰ ਸਾਡੇ ਏਰੀਆ ਦੇ ਵਿੱਚ ਵੀ ਮਤਲਬ ਗੈਸਟਰੋ, ਚਲੋ ਮੈਂ ਹੁਣ ਇੱਥੇ ਜੁਆਇਨ ਕੀਤਾ, ਡਾਕਟਰ ਵੀ ਨਹੀਂ ਮਿਲਦੇ ਲੋਕਾਂ ਨੂੰ, ਔਰ ਲੋਕੀ ਪਹਿਲਾਂ ਲੋਕਲ ਦਵਾਈਆਂ ਖਾਂਦੇ ਰਹਿੰਦੇ ਆ, ਹੈ ਨਾ। ਸਾਡੇ ਕੋਲ ਪੇਸ਼ੈਂਟ ਬੇਸਿਕਲੀ ਲੇਟ ਪਹੁੰਚਦੇ ਸੀ, ਬਟ ਹੁਣ ਥੋੜ੍ਹਾ ਜ਼ਮਾਨਾ ਟਾਈਮ ਚੇਂਜ ਹੋ ਰਿਹਾ, ਲੋਕਾਂ ਨੂੰ ਅਵੇਅਰਨੈਸ ਵੱਧ ਗਈ ਹੈ। ਹੁਣ ਆਪਾਂ ਸਾਡੇ ਕੋਲ ਹਰ ਸਾਰੇ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ, ਖੁਦ ਵੀ ਪੇਸ਼ੈਂਟ ਆਉਂਦੇ ਆ, ਕੁਝ ਥਰੂ ਡਾਕਟਰਸ ਵੀ ਸਾਡੇ ਕੋਲ ਰੈਫਰ ਕਰਦੇ ਆ, ਅਤੇ ਆਪਾਂ ਇੱਥੇ ਹੁਣ ਸਾਰੇ ਤਰ੍ਹਾਂ ਦੇ ਟਰੀਟਮੈਂਟ ਕਰਦੇ ਹਾਂ ਗੈਸਟਰੋ ਰਿਲੇਟਡ, ਜਿਵੇਂ ਕਿ ਬਾਰ-ਬਾਰ ਖੂਨ ਦੀ ਉਲਟੀ ਆਉਣਾ ਜਾਂ ਵੈਸੇ ਉਲਟੀ ਆਉਣਾ, ਪੇਟ ਦੇ ਵਿੱਚ ਦਰਦ ਹੋਣਾ, ਕਾਲੇ ਰੰਗ ਦੀ ਲੈਟਰੀਨ, ਪੀਲੀਆ ਹੋ ਗਿਆ, ਇੱਦਾਂ ਦੀਆਂ ਪੇਟ ਦੇ ਵਿੱਚ ਦਰਦ ਰਹਿਣਾ ਵਾਰ-ਵਾਰ, ਡਿਸਪੈਪਸੀਆ ਜਿਹੜਾ ਹੈਗੀ ਪੇਟ ਦੇ ਉੱਪਰ ਵਾਲੇ ਪਾਰਟ ਦੇ ਵਿੱਚ ਜਿਵੇਂ ਜਲਨ ਰਹਿੰਦੀ ਹੈਗੀ ਆ, ਫੂਡ ਪਾਈਪ ਦੀ ਜਗ੍ਹਾ 'ਚ ਜਦੋਂ ਜਲਨ ਰਹਿੰਦੀ ਹੁੰਦੀ ਹੈ, ਪੇਸ਼ੈਂਟ ਨੂੰ ਖਾਣ ਦੀ ਪ੍ਰੋਬਲਮ ਹੋ ਗਈ ਜਾਂ ਪੀਲੀਆ ਹੋ ਗਿਆ, ਜਾਂ ਹੋਰ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਬਿਮਾਰੀਆਂ। ਪਹਿਲਾਂ ਪੇਸ਼ੈਂਟ ਰੈਫਰ ਹੁੰਦੇ ਸੀਗੇ ਜਲੰਧਰ ਨੂੰ ਜਾਂ ਫਿਰ PGI ਚੰਡੀਗੜ੍ਹ ਨੂੰ, ਦਿੱਲੀ ਤੱਕ ਪੇਸ਼ੈਂਟ ਜਾਂਦੇ ਸੀ, ਬਟ ਹੁਣ ਇੱਥੇ ਸਾਡੇ ਕੋਲ ਫੁੱਲੀ ਐਸਟੈਬਲਿਸ਼ਡ ਡਿਪਾਰਟਮੈਂਟ ਹੈਗਾ, ਸਾਡੇ ਕੋਲ ਹਰ ਤਰ੍ਹਾਂ ਦੀ ਇੱਥੇ ਸਹੂਲਤ ਹੈਗੀ ਹੈ। ਹੁਣ ਕੋਈ ਵੀ ਪੇਸ਼ੈਂਟ ਉੱਥੇ ਰੈਫਰ ਨਹੀਂ ਹੁੰਦਾ, ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦਾ ਟਰੀਟਮੈਂਟ ਹੈਗਾ। ਸਾਡੇ ਕੋਲ ਫੁੱਲੀ ਇਕਵਿਪਮੈਂਟ ਜਿਹੜੀਆਂ ਹੈਗੀਆਂ, ਇੰਸਟਰੂਮੈਂਟਸ ਹੈਗੀਆਂ, ਐਂਡੋਸਕੋਪੀ ਰਿਲੇਟਡ ਜਿਹੜੇ ਵੀ ਚੀਰਾ ਰਹਿਤ ਜਿਹਨੂੰ ਆਪਾਂ ਕਹਿੰਦੇ ਹਾਂ, ਆਪਰੇਸ਼ਨ ਜਿਹੜੇ ਹੁੰਦੇ ਆ ਐਂਡੋਸਕੋਪੀ ਰਾਹੀਂ, ਉਹ ਵੀ ਆਪਾਂ ਕਰਦੇ ਹਾਂ। ਅੱਪਰ ਜੀ ਐਂਡੋਸਕੋਪੀ, ਲੋਅਰ ਜੀ ਐਂਡੋਸਕੋਪੀ ਉਹ ਕਰਦੇ ਹਾਂ। ਪੋਲੀਪੈਕਟਮੀ, ਪੋਲਿਪਸ ਹੋ ਗਏ ਅੰਦਰ ਤੱਕ, ਕਿਸੇ ਤਰ੍ਹਾਂ ਦੀ ਗੱਠ ਹੋ ਗਈ, ਖੂਨ ਦੀ ਉਲਟੀ ਆਪਾਂ ਬੰਦ ਕਰਦੇ ਹਾਂ, ਛੱਲੇ ਪਾਉਂਦੇ ਹਾਂ, ਜਾਂ ਹੋਰ ਮਤਲਬ ਟਰੀਟਮੈਂਟ, ਇਹ ਸਾਰਾ ERCP ਜਿਹੜਾ ਹੁਣ ਕਹਿੰਦੇ ਆ, CBD ਜਿਹੜੇ ਪਿੱਤੇ ਦੀ ਨਲੀ ਦੇ ਵਿੱਚੋਂ ਆਪਾਂ ਪੱਥਰੀਆਂ ਕੱਢਣੀਆਂ, ਉਹ ਵੀ ਆਪਾਂ ਇੱਥੇ ਕਰ ਰਹੇ ਹਾਂ। ਤਾਂ ਸਾਡੇ ਕੋਲ ਫੁੱਲੀ ਐਸਟੈਬਲਿਸ਼ਡ ਡਿਪਾਰਟਮੈਂਟ ਹੈਗਾ, ਅਤੇ ਉਹਦਾ ਸਾਰਾ ਪੇਸ਼ੈਂਟ ਜਿਹੜਾ ਉਹ ਲੈ ਰਹੇ ਨੇ ਟਰੀਟਮੈਂਟ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਕੀ ਤੁਹਾਡਾ ਮੈਸੇਜ ਰਹੂਗਾ ਕਿ ਅੱਜ ਦਾ ਸਿਨੈਰੀਓ ਜਿਹਦੇ ਵਿੱਚ ਜੰਕ ਫੂਡ ਜ਼ਿਆਦਾ ਵੱਧ ਗਏ ਨੇ, ਐਕਸਰਸਾਈਜ਼ ਦਾ ਅਭਾਵ ਦੀ ਥਾਂ 'ਤੇ ਲੋਕ ਅੱਜ ਕੱਲ੍ਹ ਜਿਮਸ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਆ, ਅੱਜ ਕੱਲ੍ਹ ਲੋਕ ਸਪਲੀਮੈਂਟਸ ਖਾ ਰਹੇ ਹੈਗੇ ਆ, ਕੀ ਕਹਿਣਾ ਚਾਹੋਗੇ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਤੁਸੀਂ ਆਪਣੀ ਉਹ ਨੋਰਮਲ ਡਾਈਟਾਂ ਔਰ ਉਹੀ ਸੈਰਾਂ ਕੀ ਕਹਿਣਾ ਚਾਹੋਗੇ? ਬਿਲਕੁਲ ਸਹੀ ਕਿਹਾ ਤੁਸੀਂ। ਪੇਸ਼ੈਂਟਸ ਅੱਜ ਕੱਲ੍ਹ ਆਪਣਾ ਲਾਈਫ ਸਟਾਈਲ ਐਂਡ ਡਾਈਟ ਬਹੁਤ ਚੇਂਜ ਹੋ ਗਈ ਹੈ, ਫੈਟੀ ਡਾਈਟ ਆਪਾਂ ਲੈਂਦੇ ਹੈਗੇ, ਫਾਸਟ ਫੂਡ ਦਾ ਵੀ ਬਹੁਤ ਕਾਮਨ ਹੋ ਗਿਆ, ਬਟ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਪਣਾ ਵੇਟ ਕੰਟਰੋਲ ਕਰੋ, ਕਿਉਂਕਿ ਵੇਟ ਜਿਵੇਂ ਤੁਸੀਂ ਫੈਟੀ ਲੀਵਰ ਦਾ ਨਾਮ ਲਿਆ, ਫੈਟੀ ਲੀਵਰ ਅੱਗੇ ਜਾ ਕੇ ਸਰੋਸਿਸ ਵਿੱਚ ਬੜਾ ਕਨਵਰਟ ਹੋ ਰਿਹਾ। ਪਹਿਲਾਂ ਲੀਵਰ ਦਾ ਮੇਨ ਕਾਜ਼ ਸੀਗਾ ਅਲਕੋਹਲ 1 ਨੰਬਰ 'ਤੇ ਸੀਗਾ ਜਿਹੜਾ ਕਿ ਲੀਵਰ ਡੈਮੇਜ ਕਰਦਾ ਸੀ, ਹੁਣ ਉਹ 2 ਨੰਬਰ 'ਤੇ ਹੋ ਗਿਆ, ਉਹ 2 ਨੰਬਰ 'ਤੇ ਹੋ ਗਿਆ। ਹੁਣ ਜਿਹਨੂੰ ਆਪਾਂ ਕਹਿੰਦੇ ਨੈਸ਼, ਫੈਟੀ ਲੀਵਰ ਤੋਂ ਅੱਗੇ ਸਟੇਜ ਫਾਈਬਰੋਸਿਸ, ਮੈਟਾਬੋਲਿਜ਼ਮ, ਬੇਸਿਕਲੀ ਕੋਲੈਸਟਰੋਲ ਵੱਧ ਰਿਹਾ ਪੇਸ਼ੈਂਟ ਦਾ, ਠੀਕ ਹੈ, ਮੋਟਾਪਾ ਹੈਗਾ, ਲੀਵਰ ਫੈਟੀ ਹੈ, ਇਹ ਨੰਬਰ 1 ਹੋ ਗਿਆ ਹੁਣ ਵਰਲਡ ਵਾਈਡ ਅਤੇ ਇੰਡੀਆ ਦੇ ਵਿੱਚ ਵੀ, ਜਿਹਦੇ ਨਾਲ ਲੀਵਰ ਖਰਾਬ ਹੋ ਰਿਹਾ। ਅਤੇ ਉਹ ਆਪਣੀ ਡਾਈਟ ਵੱਲ ਧਿਆਨ ਦੇਣ, ਫੈਟੀ ਫੂਡ ਅਵੋਇਡ ਕਰਨ, ਫਿਜ਼ੀਕਲ ਐਕਸਰਸਾਈਜ਼ ਕਰਨ, ਜਿਮ ਵੀ ਵਧੀਆ ਚੀਜ਼ ਹੈ, ਵੇਟ ਲਾਸ ਕਰਨਾ ਹੈਗਾ, ਬਟ ਇਹ ਵੀ ਜਿਹੜੇ ਆਪਣੇ ਸਪਲੀਮੈਂਟਸ ਲੈਂਦੇ ਨੇ ਇਹ ਵੀ ਥੋੜ੍ਹਾ ਕਈ ਵੇਲੇ ਲੀਵਰ ਆਪਣੀ ਇੰਜਰੀ ਕਰਦੇ ਨੇ, ਉਹ ਵੀ ਥੋੜ੍ਹਾ ਧਿਆਨ ਦੇ ਨਾਲ ਲੈਣ। ਪ੍ਰੋਟੀਨ ਡਾਈਟ ਲੈਣ, ਪ੍ਰੋਟੀਨ ਡਾਈਟ ਅੱਛੀ ਹੈਗੀ ਆ ਜਿਵੇਂ ਵੀ। ਥੈਂਕ ਯੂ ਡਾਕਟਰ ਸਾਹਿਬ। ਸ਼ੁਕਰੀਆ ਜੀ।